ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰੋਮ ਔਸਕੈਨ ਇਮੀਗ੍ਰੇਸ਼ਨ। ਮੈਂ ਨਵਨੀਤ ਸਿੰਘ ਗਿੱਲ, ਡਾਇਰੈਕਟਰ ਇੰਡੀਆ ਆਫਿਸ। ਆਈ ਹੋਪ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਆਪਣੇ ਘਰਾਂ ਦੇ ਵਿੱਚ। ਯੂ ਆਰ ਹੈਲਦੀ ਐਂਡ ਸੇਫ। ਅਤੇ ਅੱਜ ਤਾਂ ਜਿਹੜੀ ਆਪਾਂ ਡਿਸਕਸ਼ਨ ਕਰਨੀ ਹੈ ਦੈਟ ਇਜ਼ ਰਿਗਾਰਡਿੰਗ ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਕੈਨੇਡਾ। ਅਸੀਂ ਵੇਟ ਕਰਾਂਗੇ। ਇਹ ਜਿਹੜਾ ਸੈਸ਼ਨ ਆ ਇਟ ਵਿਲ ਬੀ ਇਨ ਪੰਜਾਬੀ ਬਿਕੋਜ਼ ਇਹ ਡਿਮਾਂਡ ਸੀਗੀ ਕਲਾਇੰਟਸ ਦੀ ਕਿ ਇਹ ਵਾਲਾ ਜਿਹੜਾ ਸੈਸ਼ਨ ਆ ਇਹ ਪੰਜਾਬੀ ਦੇ ਵਿੱਚ ਰਿਕਾਰਡ ਕੀਤਾ ਜਾਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਸੁਣ ਸਕਣ ਅਤੇ ਇਨਫੋਰਮੇਸ਼ਨ ਸ਼ੇਅਰ ਹੋ ਸਕੇ ਜਿਹੜੇ ਕਿ ਚਾਹਵਾਨ ਨੇ ਕੈਨੇਡਾ ਦੇ ਵਿੱਚ ਐਜ਼ ਅ ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਦੇ ਅੰਡਰ ਸੈਟਲ ਹੋਣ ਦੇ। ਅਤੇ ਆਪਾਂ ਸਿਰਫ 2 ਜਾਂ 3 ਮਿੰਟ ਵੇਟ ਕਰਾਂਗੇ ਤਾਂ ਕਿ ਹੋਰ ਵਿਊਅਰਸ ਐਡ ਹੋ ਜਾਣ। ਗੋਪੀ ਸ਼ਾਹ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਤੁਸੀਂ? ਆਈ ਐਮ ਗੁੱਡ ਭਾਅ ਜੀ, ਹਾਊ ਆਰ ਯੂ? ਕੋਈ ਵੀ ਤੁਹਾਡੀਆਂ ਕੁਐਰੀਜ਼ ਨੇ ਤੁਸੀਂ ਪਲੀਜ਼ ਐਂਡ 'ਤੇ ਰੱਖਿਓ ਤਾਂ ਕਿ ਮੈਂ ਪਹਿਲੇ ਸਾਰੀ ਡਿਸਕਸ਼ਨਸ ਸਾਰੀ ਇਨਫੋਰਮੇਸ਼ਨ ਦੇ ਦੇਵਾਂ ਤੁਹਾਨੂੰ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕੁਐਰੀ ਸੈਸ਼ਨ ਰੱਖਾਂਗੇ ਐਂਡ ਦੇ ਵਿੱਚ। ਕਿਸੇ ਵੀ ਤਰ੍ਹਾਂ ਦੇ ਕਿਸੇ ਦੇ ਇੰਡੀਵਿਜੂਅਲ ਕੁਐਸਚਨਸ ਹੋਣ ਤਾਂ ਜਿਹੜੇ ਕਿ ਉਹ ਚਾਹੁੰਦੇ ਆ ਪਬਲਿਕਲੀ ਨਹੀਂ ਉਹ ਡਿਸਕਸ ਕਰਨਾ ਚਾਹੁੰਦੇ, ਅਤੇ ਉਹ ਸਾਡੇ ਜਿਹੜੇ ਡਿਸਪਲੇਡ ਨੰਬਰਸ ਨੇ ਬਾਇਓ ਦੇ ਵਿੱਚ ਅਤੇ ਉਹਦੇ 'ਤੇ ਕਾਲ ਕਰਕੇ ਸਾਡੇ ਨਾਲ 1-to-1 ਫ੍ਰੀ ਕਾਉਂਸਲਿੰਗ ਸੈਸ਼ਨ ਲੈ ਸਕਦੇ ਆ। ਠੀਕ ਹੈ, ਅਤੇ ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ। ਅਤੇ ਜਿਨ੍ਹਾਂ ਦੇ ਕਾਮਨ ਕੁਐਸਚਨਸ ਨੇ ਆਈ ਥਿੰਕ ਜਿਹੜੀ ਅੱਜ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਮੈਂ ਤੁਹਾਡੇ ਨਾਲ, ਅਤੇ ਜਿਹੜੀ ਡਿਸਕਸ਼ਨਸ ਕਰਨੀਆਂ ਨੇ ਰਿਗਾਰਡਿੰਗ ਦਿਸ ਪ੍ਰੋਗਰਾਮ, ਉਹ ਤੁਹਾਨੂੰ ਬਹੁਤ ਸਾਰੇ ਜਿਹੜੇ ਡਾਊਟਸ ਨੇ ਤੁਹਾਡੇ, ਬਹੁਤ ਸਾਰੇ ਜਿਹੜੀਆਂ ਕੁਐਰੀਜ਼ ਨੇ ਤੁਹਾਡੀਆਂ ਅੱਜ ਹੀ ਕਲੀਅਰ ਹੋ ਜਾਣਗੀਆਂ। ਚਲੋ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ ਅੱਜ ਦਾ, ਅਤੇ ਜਿਹੜੇ ਬਾਕੀ ਦੇ ਲੋਕ ਨੇ ਉਹ ਰਿਕਾਰਡਿੰਗ ਨੂੰ ਸੁਣ ਸਕਦੇ ਆ ਬਿਕੋਜ਼ ਜਿਵੇਂ ਪੁਰਾਣੀਆਂ ਰਿਕਾਰਡਿੰਗਸ ਸਾਡੀ ਪ੍ਰੋਫਾਈਲ ਦੇ ਵਿੱਚ ਡਿਸਪਲੇਡ ਨੇ, ਤਾਂ ਜਦੋਂ ਮਰਜ਼ੀ ਤੁਸੀਂ ਜਾ ਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ, ਅਤੇ ਉਵੇਂ ਹੀ ਇਹ ਵਾਲੀ ਵੀ ਰਿਕਾਰਡਿੰਗ ਸਾਡੇ ਜਿਹੜਾ ਪ੍ਰੋਫਾਈਲ ਪੇਜ ਹੈ ਉਹਦੇ 'ਤੇ ਡਿਸਪਲੇਡ ਹੋਏਗੀ। ਅਤੇ ਅੱਜ ਆਪਾਂ ਗੱਲ ਕਰਨੀ ਹੈ ਜੋ ਕਿ ਪੰਜਾਬ ਦੇ ਵਿੱਚ ਜ਼ਿਆਦਾ ਜਾਣਿਆਂ ਨੂੰ ਲਿਵ ਇਨ ਕੇਅਰ ਗਿਵਰ ਬਾਰੇ ਨਹੀਂ ਪਤਾ, ਉਹਨਾਂ ਨੂੰ ਜ਼ਿਆਦਾ ਪਤਾ ਵਾ ਨੈਨੀ। ਸੋ ਨੈਨੀ ਦੀ ਜਿਹੜੀ ਜੇ ਤੁਸੀਂ ਡੈਫੀਨੇਸ਼ਨ ਦੇਖੋ ਕੀ ਹੈ, ਨੈਨੀ ਡਜ਼ ਵਾਟ। ਨੈਨੀ ਉਹ ਤੁਸੀਂ ਕਹਿ ਲਓ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਕਿ ਕੋਈ ਵੀ ਵਰਕਰ ਹੈ ਜਿਹੜੇ ਉਹ ਬੱਚਿਆਂ ਦੀ ਕੇਅਰ ਜਾਂ 올ਡ ਏਜ ਜਾਂ ਜਿਹੜੇ ਕਿ ਕੋਈ ਵੀ ਇਨਸਾਨ ਨੇ ਵਿਦ ਸਪੈਸ਼ਲ ਨੀਡਸ ਜਿਨ੍ਹਾਂ ਨੂੰ ਰਿਕੁਆਇਰਮੈਂਟ ਹੈ ਕਿ ਉਹ ਆਪਣੇ ਆਪ ਨੂੰ ਖੁਦ ਸੰਭਾਲ ਨਹੀਂ ਸਕਦੇ, ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਹੈਲਪਰ ਦੀ ਲੋੜ ਪੈਂਦੀ ਹੈ ਆਪਣੀ ਡੇ ਟੂ ਡੇ ਐਕਟੀਵਿਟੀ ਵਿੱਚ। ਸੋ ਫੋਰ ਐਗਜ਼ਾਮਪਲ ਜਿਵੇਂ ਛੋਟੇ ਬੱਚੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਚੀਜ਼ ਨੂੰ ਕਿਹੜੇ ਟਾਈਮ 'ਤੇ ਯੂਜ਼ ਕਰਨਾ ਹੈ, ਕੀ ਖਾਣਾ ਹੈ, ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਬਿਕੋਜ਼ ਬਹੁਤ ਹੀ ਇੱਕ ਕਹਿ ਲਓ ਕਿ ਮਾਸੂਮ ਜੇ ਬੱਚੇ ਹੁੰਦੇ ਨੇ ਸਾਰੇ, ਉਹਨਾਂ ਨੂੰ ਨਹੀਂ ਇੰਨਾ ਪਤਾ ਹੁੰਦਾ। ਸਿਮਿਲਰਲੀ ਜਿਹੜੇ ਬਜ਼ੁਰਗ ਨੇ ਜਿਹੜੇ ਕਿ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਆਪਣਾ ਖੁਦ ਦਾ ਡੇਲੀ ਜਿਹੜੇ ਕੰਮ ਨੇ ਉਹ ਨਹੀਂ ਕਰ ਸਕਦੇ, ਉਹਨਾਂ ਲਈ ਆਪਾਂ ਐਜ਼ ਅ ਹਿਊਮਨ ਸਪੋਰਟ ਜਿਨ੍ਹਾਂ ਨੂੰ ਦੇਈਦੀ ਉਹਨਾਂ ਨੂੰ ਆਪਾਂ ਨੈਨੀ ਕਹਿੰਦੇ ਹਾਂ। ਠੀਕ ਹੈ, ਅਤੇ ਪੰਜਾਬ ਦੇ ਵਿੱਚ ਲਿਵ ਇਨ ਕੇਅਰ ਗਿਵਰ ਜਾਂ ਹੋਮ ਕੇਅਰ ਗਿਵਰ ਨੂੰ ਨਹੀਂ ਸਮਝਿਆ ਜਾਂਦਾ, ਜਾਂ ਬਹੁਤ ਸਾਰੇ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਕੀ ਚੀਜ਼ ਆ, ਅਸੀਂ ਇਹ ਟਰਮ ਨੂੰ ਯੂਜ਼ ਨਹੀਂ ਕੀਤਾ। ਸੋ ਉਹਨਾਂ ਨੂੰ ਜ਼ਿਆਦਾ ਪਤਾ ਕਿ ਦਿਸ ਇਜ਼ ਨੈਨੀ। ਠੀਕ ਹੈ, ਸੋ ਜਿਹੜਾ ਹੋਮ ਕੇਅਰ ਗਿਵਰ ਪ੍ਰੋਗਰਾਮ ਹੈ ਇਹਨੂੰ ਬੇਸਿਕਲੀ ਦੀਜ਼ ਆਰ ਫॉर ਨੈਨੀਜ਼ ਓਨਲੀ, ਤਾਂ ਕਿ ਉਹ ਆਪਣੇ ਇੱਕ ਨਵੇਂ ਦੇਸ਼ ਦੇ ਵਿੱਚ ਜਾ ਕੇ ਜੋ ਕਿ ਕੈਨੇਡਾ ਹੈ, ਕੈਨੇਡਾ ਸਰਕਾਰ ਵੱਲੋਂ ਇਹ ਉਹਨਾਂ ਦੀ ਵੈਬਸਾਈਟ cic.gc.ca 'ਤੇ ਗਿਵਨ ਹੈ। ਠੀਕ ਹੈ, ਕਿ ਤੁਸੀਂ ਜੇ ਐਜ਼ ਅ ਨੈਨੀ ਔਰ ਲਿਵ ਇਨ ਕੇਅਰ ਗਿਵਰ ਕੈਨੇਡਾ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਸੈਟਲ ਹੋਣਾ ਚਾਹੁੰਦੇ ਹੋ, ਅਤੇ ਤੁਸੀਂ ਕੁਝ ਰਿਕੁਆਇਰਮੈਂਟਸ ਜੇ ਇਹਨਾਂ ਦੇ ਵਿੱਚ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਤੁਸੀਂ ਫੋਰ ਸ਼ੋਰ ਅਪਲਾਈ ਕਰ ਸਕਦੇ ਹੋ।
ਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ A to Z ਸਾਰੀਆਂ ਰਿਕੁਆਇਰਮੈਂਟਸ, ਕੌਣ ਅਪਲਾਈ ਕਰ ਸਕਦਾ ਹੈ, ਕੀ ਜ਼ਰੂਰਤਾਂ ਹੁੰਦੀਆਂ ਨੇ, ਕਿੰਨੇ ਆਇਲਸ ਦਾ ਸਕੋਰ ਚਾਹੀਦਾ, ਆਪਾਂ ਸਾਰੀ ਡਿਸਕਸ਼ਨ ਕਰਾਂਗੇ। ਠੀਕ ਹੈ, ਬਿਕੋਜ਼ ਇਹਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਸਾਰੇ ਡਾਊਟਸ ਨੇ ਜਿਹੜੇ ਸਾਡੇ ਕਲਾਇੰਟਸ ਨੇ ਉਹ ਵੀ ਆਫ ਕੋਰਸ ਦੇਖੋ ਹਰੇਕ ਨੂੰ ਰਾਈਟ ਹੈ ਕਿ ਉਹ ਇੱਕ ਕੰਸਲਟੈਂਟ ਕੋਲੇ ਨਹੀਂ ਜਾਂਦੇ, ਉਹ 2-3 ਥਾਂ ਤੋਂ ਉਸ ਨੂੰ ਕਨਫਰਮ ਕਰਦੇ ਆ ਇਨਫੋਰਮੇਸ਼ਨ। ਤੇ ਜੇ ਉਹਨਾਂ ਨੂੰ ਹਰੇਕ ਜਗ੍ਹਾ ਤੋਂ ਅਲੱਗ-ਅਲੱਗ ਇਨਫੋਰਮੇਸ਼ਨ ਮਿਲ ਰਹੀ ਹੈ ਤਾਂ ਆਫ ਕੋਰਸ ਲਾਜ਼ਮੀ ਹੈ ਕਿ ਉਹ ਕਨਫਿਊਜ਼ ਹੋਣਗੇ ਹੀ ਹੋਣਗੇ। ਸੋ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡੇ ਤੱਕ ਅਸੀਂ ਬਿਲਕੁਲ ਜਿਹੜੀ ਆਥੈਂਟਿਕ ਇਨਫੋਰਮੇਸ਼ਨ ਹੈ, ਜਿਹੜੀ ਕਿ ਕੈਨੇਡਾ ਸਰਕਾਰ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਪੇਜ ਦੇ ਉੱਤੇ, ਅਸੀਂ ਉਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੁੰਦੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲੇ ਅੱਜ ਆਪਾਂ ਸਟਾਰਟ ਕਰਦੇ ਹਾਂ। 2 ਪਾਇਲਟ ਪ੍ਰੋਗਰਾਮ ਨੇ, ਵਨ ਇਜ਼ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਐਂਡ ਅਨਦਰ ਵਨ ਇਜ਼ ਹੋਮ ਸਪੋਰਟ ਵਰਕਰਸ ਪਾਇਲਟ ਪ੍ਰੋਗਰਾਮ। ਇਹ ਦੋਨੋਂ ਪਾਇਲਟ ਪ੍ਰੋਗਰਾਮਸ ਕੈਨੇਡਾ ਗਵਰਨਮੈਂਟ ਵੱਲੋਂ ਆਥੋਰਾਈਜ਼ਡ ਨੇ, ਉਹਨਾਂ ਦੀਆਂ ਵੈਬਸਾਈਟਸ 'ਤੇ ਗਿਵਨ ਨੇ ਇਹਨਾਂ ਦੀਆਂ ਰਿਕੁਆਇਰਮੈਂਟਸ। ਠੀਕ ਹੈ, ਤੇ ਬਟ ਅੱਜ ਮੈਂ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਇਹਨਾਂ ਦੇ ਇਨ ਡੈਪਥ ਡਿਟੇਲਸ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਬੈਟਰ ਅੰਡਰਸਟੈਂਡਿੰਗ ਲੈ ਸਕੋ। ਠੀਕ ਹੈ, ਤੇ ਇਹ ਜਿਹੜੇ ਦੋਨੋਂ ਪ੍ਰੋਗਰਾਮਸ ਨੇ ਦੇ ਆਰ ਲੀਡਿੰਗ ਟੂ PR। ਸੋ ਜੇ ਤੁਸੀਂ ਇੱਥੋਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਆਪਣੀ ਐਲੀਜੀਬਿਲਿਟੀ ਪੂਰੀ ਕਰਕੇ ਅਪਲਾਈ ਕਰਦੇ ਹੋ ਤਾਂ ਤੁਸੀਂ PR ਦੇ ਲਈ ਵੀ ਐਲੀਜੀਬਲ ਹੋ ਜਾਂਦੇ ਹੋ। ਠੀਕ ਹੈ, ਇਹ ਕੋਈ ਪ੍ਰੋਗਰਾਮ ਇਹ ਨਹੀਂ ਹੈ ਕਿ ਤੁਸੀਂ ਉੱਥੇ ਐਜ਼ ਅ ਵਰਕਰ ਹੀ ਜਾਓਗੇ ਤੇ ਵਰਕਰ ਤੋਂ ਬਾਅਦ ਤੁਹਾਨੂੰ ਉਸ ਤੋਂ ਬਾਅਦ 'ਚ ਆਪਣਾ ਕੰਟਰੀ ਵਾਪਸ ਆਉਣਾ ਪਏਗਾ। ਨਹੀਂ, ਇਹਦੇ ਵਿੱਚ ਤੁਸੀਂ ਉੱਥੇ ਜਾ ਕੇ ਜੇ ਤੁਸੀਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ ਤਾਂ ਤੁਸੀਂ PR ਦੇ ਲਈ ਵੀ ਐਲੀਜੀਬਲ ਹੋ ਜਾਂਦੇ ਹੋ। ਤੇ ਜਿਵੇਂ ਕਿ ਨਾਮ ਦੱਸਦਾ ਹੈ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਇਹ ਉਹ ਪਾਇਲਟ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ ਜਿਹੜੇ ਕੇਅਰ ਗਿਵਰਸ ਨੇ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਦੇਖਭਾਲ ਦੇ ਲਈ ਜਾਣਗੇ ਕੈਨੇਡਾ ਦੇ ਵਿੱਚ। ਠੀਕ ਹੈ, ਸੋ ਜੇ ਕਿਸੇ ਦਾ ਐਕਸਪੀਰੀਅੰਸ ਇੱਥੇ ਹੈਗਾ ਵਾ, ਫੋਰ ਐਗਜ਼ਾਮਪਲ ਪ੍ਰਾਇਮਰੀ ਟੀਚਿੰਗ ਦਾ ਐਕਸਪੀਰੀਅੰਸ ਹੈ ਜਾਂ ਉਹ ਇੱਥੇ ਵੀ ਐਜ਼ ਅ ਕੇਅਰ ਗਿਵਰ ਕਿਸੇ ਹਸਪੀਟਲ ਦੇ ਵਿੱਚ ਜਾਂ ਕਿਸੇ ਨਰਸਿੰਗ ਹੋਮ ਦੇ ਵਿੱਚ ਕੋਈ ਕੈਂਡੀਡੇਟ ਇੱਥੇ ਜੌਬ ਕਰਦਾ ਹੈ ਤਾਂ ਉਹ ਆਫ ਕੋਰਸ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੋ ਜਾਂਦੇ ਆ। ਬਿਕੋਜ਼ ਤੁਹਾਨੂੰ ਥੋੜ੍ਹਾ ਬਹੁਤ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਇਸ ਫੀਲਡ ਦੇ ਵਿੱਚ ਕਿ ਤੁਸੀਂ ਕੀ ਉੱਥੇ ਜਾ ਕੇ ਇਹ ਵਾਲੀਆਂ ਜਿਹੜੀਆਂ ਡਿਊਟੀਜ਼ ਨੇ, ਇਹ ਵਾਲੇ ਜਿਹੜੇ ਕੰਮ ਨੇ ਉਹ ਕਰ ਵੀ ਪਾਉਂਗੇ। ਠੀਕ ਹੈ, ਸੋ ਸਿਮਿਲਰਲੀ ਜਿਹੜਾ ਅਨਦਰ ਪਾਇਲਟ ਪ੍ਰੋਗਰਾਮ ਹੈ ਉਹ ਹੈ ਹੋਮ ਸਪੋਰਟ ਵਰਕਰਸ ਪਾਇਲਟ। ਸੋ ਇਹਦੇ ਵਿੱਚ ਜਿਹੜੇ ਕਿ ਕੋਈ ਬਜ਼ੁਰਗ ਨੇ, ਠੀਕ ਹੈ, ਜਿਹੜੇ ਓਲਡ ਏਜ ਪੀਪਲ ਨੇ, ਉਹਨਾਂ ਨੂੰ ਜੇ ਕਿਸੇ ਸਹਾਰੇ ਦੀ ਲੋੜ ਹੈ ਤੇ ਇੱਦਾਂ ਦੇ ਜਿਹੜੇ ਵਰਕਰਸ ਨੇ ਇਹ ਜਾ ਕੇ ਉਹਨਾਂ ਦੀ ਸਹਾਇਤਾ ਕਰ ਸਕਦੇ ਨੇ। ਉਹਨਾਂ ਦੀ ਡੇਲੀ ਲਾਈਫਸ ਦੇ ਵਿੱਚ ਜਿਵੇਂ ਕਿ ਉਹਨਾਂ ਨੂੰ ਰਿਕੁਆਇਰਮੈਂਟ ਹੈ ਕਿ ਫੂਡ ਦੀ ਰਿਕੁਆਇਰਮੈਂਟ ਹੈ ਜਾਂ ਉਹਨਾਂ ਦੇ ਨਾਲ ਕਿਤੇ ਆਉਣਾ ਜਾਣਾ ਹੈ ਜਾਂ ਜੋ ਵੀ ਹੈ, ਜਿਵੇਂ ਦੀਆਂ ਵੀ ਰਿਕੁਆਇਰਮੈਂਟਸ ਹੈ, ਜਾਂ ਫਿਰ ਜੇ ਕਿਸੇ ਨੂੰ ਸਪੈਸ਼ਲ ਰਿਕੁਆਇਰਮੈਂਟ ਦੀ ਲੋੜ ਹੈ, ਫੋਰ ਐਗਜ਼ਾਮਪਲ ਕੋਈ ਬੰਦਾ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਤੇ ਉਹਨੂੰ ਉਸ ਥਾਂ 'ਤੇ ਇੱਕ ਐਕਸਟਰਾ ਕੇਅਰ ਗਿਵਰ ਦੀ ਜ਼ਰੂਰਤ ਹੈ ਤਾਂ ਉਹਦੇ ਲਈ ਇਹ ਵਾਲਾ ਪਾਇਲਟ ਪ੍ਰੋਗਰਾਮ ਆਉਂਦਾ ਹੈ। ਠੀਕ ਹੈ, ਇਹਦਾ ਹੁਣ ਜਿਹੜੀ ਰਿਕੁਆਇਰਮੈਂਟਸ ਨੇ ਸਭ ਤੋਂ ਪਹਿਲੇ ਆਪਾਂ ਉਹ ਵਾਲੀਆਂ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਕੀ ਰਿਕੁਆਇਰਮੈਂਟਸ ਨੇ। ਸਭ ਤੋਂ ਪਹਿਲੇ ਆਉਂਦੀ ਆ ਰਿਕੁਆਇਰਮੈਂਟ ਐਜੂਕੇਸ਼ਨ ਦੀ। ਸੋ ਘੱਟੋ ਘੱਟ ਤੁਹਾਡਾ ਜਿਹੜਾ +2 ਤੋਂ ਬਾਅਦ ਮਿਨੀਮਮ ਕੁਆਲੀਫਿਕੇਸ਼ਨ ਤੁਹਾਡੀ +2 ਤਾਂ ਹੋਣੀ ਹੀ ਚਾਹੀਦੀ ਆ। ਉਸ ਤੋਂ ਬਾਅਦ ਤੁਹਾਡਾ ਐਟਲੀਸਟ 1 ਸਾਲ ਦਾ ਪੋਸਟ ਸੈਕੰਡਰੀ ਕੋਰਸ ਹੋਣਾ ਚਾਹੀਦਾ ਵਾ, ਜਿਹਨੂੰ ਕਿ ਕੈਨੇਡਾ ਦੇ ਵਿੱਚ 1 ਸਾਲ ਦੇ ਡਿਪਲੋਮਾ ਜਾਂ ਤੁਸੀਂ ਕਹਿ ਲਓ 1 ਸਾਲ ਤੋਂ ਜ਼ਿਆਦਾ ਪ੍ਰੋਗਰਾਮ ਦੀ ਇਕੁਇਲੈਂਸੀ ਮਿਲ ਜਾਵੇ, ਜਿਹੜੀ ਕਿ ਤੁਸੀਂ ਜਾਣਦੇ ਹੋਵੋਗੇ ਅਸੈਸਮੈਂਟ ਕਰਵਾਈ ਦੀ ਹੈ, ਫੋਰ ਐਗਜ਼ਾਮਪਲ WES ਤੋਂ, ICAS ਤੋਂ, ICES ਤੋਂ। ਸੋ ਉਹ ਕੀ ਕਰਦੇ ਨੇ, ਆਪਣੀ ਜਿਹੜੀ ਫੋਰਨ ਐਜੂਕੇਸ਼ਨ ਹੈ ਉਹਨੂੰ ਅਸੈਸ ਕਰਦੇ ਨੇ ਕਿ ਉਹ ਕੈਨੇਡੀਅਨ ਸਟੈਂਡਰਡਸ ਦੇ ਅਕੋਰਡਿੰਗਲੀ ਉਹ ਡਿਪਲੋਮਾ ਦੀ ਇਕੁਇਲੈਂਸੀ ਰੱਖਦੇ ਆ ਕਿ ਡਿਗਰੀ ਦੀ ਇਕੁਇਲੈਂਸੀ ਰੱਖਦੇ ਆ ਕਿ ਮਾਸਟਰਸ ਡਿਗਰੀ ਦੀ ਇਕੁਇਲੈਂਸੀ ਰੱਖਦੇ ਆ। ਸੋ ਐਟਲੀਸਟ ਤੁਸੀਂ ਘੱਟੋ ਘੱਟ 1 ਸਾਲ ਦਾ ਪੋਸਟ ਸੈਕੰਡਰੀ ਕੋਰਸ ਤੁਹਾਡਾ ਹੋਣਾ ਚਾਹੀਦਾ ਟੂ ਬੀ ਐਲੀਜੀਬਲ ਅੰਡਰ ਥੀਸ ਪ੍ਰੋਗਰਾਮਸ। ਠੀਕ ਹੈ, ਫਿਰ ਰਿਕੁਆਇਰਮੈਂਟ ਆ ਜਾਂਦੀ ਹੈ ਲੈਂਗੁਏਜ ਸਕਿੱਲਸ ਦੀ। ਲੈਂਗੁਏਜ ਸਕਿੱਲਸ ਮੋਸਟਲੀ ਆਪਣੇ ਇੱਥੇ ਇੰਡੀਆ ਦੇ ਵਿੱਚ ਚੱਲਦੀ ਹੈ ਇੰਗਲਿਸ਼। ਸੋ ਇੰਗਲਿਸ਼ ਦਾ ਜਿਹੜਾ ਟੈਸਟ ਹੈ ਦੈਟ ਇਜ਼ ਆਇਲਸ ਜਨਰਲ। ਸੋ ਉਹਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ CLB-5 ਕੈਨੇਡੀਅਨ ਲੈਂਗੁਏਜ ਬੈਂਚਮਾਰਕ। ਸੋ ਉਹਦੇ ਵਿੱਚ ਤੁਹਾਨੂੰ CLB-5 ਚਾਹੀਦੇ ਨੇ, ਜੋ ਕਿ ਅਪਰੋਕਸੀਮੇਟਲੀ ਜੇ ਆਪਾਂ ਰਾਊਂਡ ਫਿਗਰ ਕਰੀਏ ਤਾਂ 5.5 ਬੈਂਡਸ ਚਾਹੀਦੇ ਨੇ ਆਇਲਸ ਜਨਰਲ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਰਿਕੁਆਇਰਮੈਂਟ ਆ ਜਾਂਦੀ ਹੈ ਤੁਹਾਡਾ ਇੱਥੇ ਐਕਸਪੀਰੀਅੰਸ ਕਿੱਦਾਂ ਦਾ ਵਾ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਬੈਚਲਰਸ ਡਿਗਰੀ ਕੀਤੀ ਹੋਈ ਹੈ ਤੇ ਨਾਲ ਤੁਸੀਂ 6 ਮੰਥਸ ਜਾਂ 1 ਈਅਰ ਦਾ
ਜਿਹੜਾ ਨੈਨੀ ਦਾ ਕੋਰਸ ਹੈ ਇੱਥੇ ਵੇਰੀਅਸ ਇੰਸਟੀਟਿਊਸ਼ਨਸ ਨੇ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਪਾਰਟਸ ਆਫ ਇੰਡੀਆ ਦੇ ਵਿੱਚ ਜਿਹੜੇ ਕਿ ਇਹ ਪ੍ਰੋਵਾਈਡ ਕਰਦੇ ਨੇ। ਉਹਨਾਂ ਦੇ ਵਿੱਚ ਤੁਸੀਂ ਜਾ ਕੇ ਜੇ ਉਹ ਵਾਲਾ 1 ਸਾਲ ਦਾ ਜਾਂ 6 ਮੰਥਸ ਦਾ ਕੋਈ ਸਪੈਸ਼ਲ ਸਰਟੀਫਿਕੇਟ ਕੋਰਸ ਕੀਤਾ ਹੋਇਆ ਵਾ, ਉਹਦੇ ਨਾਲ ਤੁਹਾਡਾ ਥੋੜ੍ਹਾ ਬਹੁਤ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਸੋ ਜੇ ਤੁਸੀਂ ਆਪਣੀ ਫਾਈਲ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਹੋ ਤਾਂ ਸਾਡੀ ਰਿਕਮੈਂਡੇਸ਼ਨ ਹੈ ਐਟਲੀਸਟ 1 ਈਅਰ ਆਫ ਐਕਸਪੀਰੀਅੰਸ ਸ਼ੁੱਡ ਬੀ ਦੇਅਰ। ਉਹਦੇ ਨਾਲ ਕੀ ਫਾਇਦਾ ਕਿ ਤੁਸੀਂ ਇੱਕ ਕੋਰਸ ਕੀਤਾ, ਨਾਲ ਤੁਸੀਂ ਉਸ ਚੀਜ਼ ਦਾ ਐਕਸਪੀਰੀਅੰਸ ਵੀ ਲਿਆ ਹੋਇਆ। ਸੋ ਐਕਸਪੀਰੀਅੰਸ ਦੇ ਨਾਲ ਵੀਜ਼ਾ ਆਫਿਸਰ ਨੂੰ ਵੀ ਕੌਨਫੀਡੈਂਸ ਹੁੰਦਾ ਹੈ ਕਿ ਜੇ ਕੋਈ ਕੈਂਡੀਡੇਟ ਇਸ ਪ੍ਰੋਗਰਾਮ ਦੇ ਅੰਡਰ ਅਪਲਾਈ ਕਰ ਰਿਹਾ ਵਾ ਤੇ ਉਹ ਕੈਨੇਡਾ ਦੇ ਵਿੱਚ ਜਾ ਕੇ ਆਪਣੀਆਂ ਡਿਊਟੀਜ਼ ਨੂੰ ਵੀ ਨਿਭਾ ਸਕੇਗਾ। ਠੀਕ ਹੈ, ਸੋ ਇਸ ਲਈ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਅਲੋਂਗ ਵਿਦ ਜੇ ਤੁਸੀਂ ਸਰਟੀਫਿਕੇਟ ਕੋਰਸ ਕੀਤਾ ਹੋਇਆ ਨੈਨੀ ਦਾ ਤੇ ਬਹੁਤ ਸਟਰੋਂਗ ਤੁਹਾਡੀ ਪ੍ਰੋਫਾਈਲ ਬਣ ਜਾਂਦੀ। ਉਸ ਤੋਂ ਇਲਾਵਾ ਜਿਹੜੀਆਂ ਕਿ ਮੈਂ ਤੁਹਾਨੂੰ ਚਾਈਲਡ ਕੇਅਰ ਤੇ ਹੋਮ ਸਪੋਰਟ ਵਰਕਰ ਦੇ ਜਿਹੜੇ ਡਿਫਰੈਂਸ ਆ ਉਹ ਮੈਂ ਦੱਸ ਹੀ ਚੁੱਕਿਆ ਵਾਂ। ਉਸ ਤੋਂ ਇਲਾਵਾ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਜਾਂ ਉਹ ਹਮੇਸ਼ਾ ਘੱਟੋ ਘੱਟ 30 ਘੰਟੇ ਪਰ ਵੀਕ ਦਾ ਹੋਣਾ ਚਾਹੀਦਾ। 30 ਆਵਰਸ ਪਰ ਵੀਕ ਦਾ ਮਿਨੀਮਮ ਐਕਸਪੀਰੀਅੰਸ ਤੁਹਾਨੂੰ ਚਾਹੀਦਾ ਹੀ ਚਾਹੀਦਾ ਹੈ, ਉਸ ਤੋਂ ਘੱਟ ਨਹੀਂ ਮੰਨਿਆ ਜਾਏਗਾ। ਉਹਦੇ ਨਾਲ ਕੀ ਬੈਨੀਫਿਟ ਹੈ ਤੁਹਾਨੂੰ, ਕਿਉਂਕਿ ਜੇ ਤੁਸੀਂ ਦੇਖਿਆ ਜਾਓ ਤੇ 1 ਸਾਲ ਦੇ ਵਿੱਚ 1560 ਘੰਟੇ ਨੂੰ ਫੁੱਲ ਟਾਈਮ ਵਰਕ ਐਕਸਪੀਰੀਅੰਸ ਕੈਨੇਡਾ ਦੀ ਗਵਰਨਮੈਂਟ ਮੰਨਦੀ ਹੈ। ਸੋ ਜੇ ਤੁਸੀਂ ਪਰ ਵੀਕ 30 ਆਵਰਸ ਦਾ ਆਪਣਾ ਐਕਸਪੀਰੀਅੰਸ ਸ਼ੋ ਕਰ ਰਹੇ ਹੋ ਤਾਂ ਦੈਟ ਮੀਨਸ ਯੂ ਆਰ ਵਰਕਿੰਗ ਐਜ਼ ਅ ਫੁੱਲ ਟਾਈਮ। ਜੇ ਤੁਸੀਂ ਉਸ ਤੋਂ ਜ਼ਿਆਦਾ ਕਰ ਰਹੇ ਹੋ ਉਹ ਤਾਂ ਐਡੀਸ਼ਨਲ ਵਰਕ ਐਕਸਪੀਰੀਅੰਸ ਹੋ ਜਾਏਗਾ। ਬਟ ਇਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਕਿ ਮਿਨੀਮਮ ਵਰਕ ਐਕਸਪੀਰੀਅੰਸ, ਫਿਰ ਤੁਹਾਡਾ ਐਟਲੀਸਟ ਹੋਣਾ ਚਾਹੀਦਾ ਵਾ 30 ਆਵਰਸ ਪਰ ਵੀਕ। ਠੀਕ ਹੈ ਜੀ। ਉਸ ਤੋਂ ਇਲਾਵਾ ਤੁਹਾਨੂੰ ਹੁਣ ਪਹਿਲੇ ਹੁੰਦਾ ਸੀਗਾ ਜਿਹੜਾ ਇਹ ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਹੈ, ਇਹਦੇ ਵਿੱਚ ਤੁਹਾਨੂੰ ਉੱਧਰੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਰਿਕੁਆਇਰਮੈਂਟ ਹੁੰਦੀ ਸੀ ਵਿਚ ਇਜ਼ ਕਾਲਡ LMIA। ਤੇ ਬਹੁਤ ਸਾਰੇ ਲੋਕ ਹਜੇ ਵੀ ਕਨਫਿਊਜ਼ ਹੁੰਦੇ ਆ ਕਿ ਜੀ ਸਾਨੂੰ ਉੱਧਰੋਂ LMIA ਦੀ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ। ਉਹ ਪਹਿਲੇ ਹੁੰਦੀ ਸੀਗੀ 2019 ਜੂਨ ਤੋਂ ਪਹਿਲੇ। ਉਸ ਤੋਂ ਬਾਅਦ ਜਿਹੜੀ ਗਵਰਨਮੈਂਟ ਨੇ ਅਪਡੇਸ਼ਨਸ ਦਿੱਤੀਆਂ ਨੇ। ਹੁਣ ਜੇ ਤੁਸੀਂ ਇੱਕ ਫੋਰਨ ਕੰਟਰੀ ਤੋਂ ਅਪਲਾਈ ਕਰ ਰਹੇ ਹੋ ਇਸ ਪ੍ਰੋਗਰਾਮ ਦੇ ਅੰਡਰ ਤਾਂ ਤੁਹਾਨੂੰ LMIA ਦੀ ਰਿਕੁਆਇਰਮੈਂਟ ਨਹੀਂ ਹੈ। ਤੁਹਾਨੂੰ ਸਿਰਫ ਇੱਕ ਉੱਧਰਲਾ ਐਮਪਲੋਇਰ ਜਾਂ ਉੱਧਰਲਾ ਕੋਈ ਵੀ ਜਿਹੜਾ ਕਿ PR ਨੇ ਜਾਂ ਸਿਟੀਜ਼ਨ ਨੇ ਫੈਮਿਲੀ, ਉਹ ਤੁਹਾਨੂੰ ਸਿੱਧੀ ਸਪਾਂਸਰ ਕਰ ਸਕਦੇ ਨੇ। ਠੀਕ ਹੈ, ਤੇ ਉਹ ਸਪਾਂਸਰਸ਼ਿਪ ਦੇ ਵੀ ਵੇਰੀਅਸ ਰੂਲਸ ਨੇ ਜਿਹੜੇ ਕਿ ਮੈਂ ਤੁਹਾਡੇ ਨਾਲ ਹੁਣ ਡਿਸਕਸ ਕਰਦਾ। ਸਭ ਤੋਂ ਪਹਿਲੇ ਤਾਂ ਇਨਕਮ ਕ੍ਰਾਈਟੇਰੀਆ। ਜਿਹੜਾ ਵੀ ਕੋਈ EMPLOYER ਤੁਹਾਨੂੰ ਸਪਾਂਸਰ ਕਰ ਰਿਹਾ ਉਹਨਾਂ ਦੀ ਇੰਨੀ ਕੁ ਵੇਜ ਹੋਣੀ ਚਾਹੀਦੀ ਹੈ। ਇਹਦੇ 'ਚ ਕੋਈ ਮਿਨੀਮਮ ਜਾਂ ਮੈਕਸਿਮਮ ਨਹੀਂ ਹੈ, ਨਾ ਹੀ ਕਿਤੇ ਗਿਵਨ ਹੈ CIC ਦੀ ਵੈਬਸਾਈਟ 'ਤੇ। ਸੋ ਅਸੀਂ ਜੇ ਕਹੀਏ ਕਿ ਜੀ ਮਿਨੀਮਮ ਕਿੰਨੀ ਹੈ ਜਾਂ ਮੈਕਸਿਮਮ ਕਿੰਨੀ ਹੈ, ਉਹ ਅਸੀਂ ਨਹੀਂ ਦੱਸ ਸਕਦੇ ਬਿਕੋਜ਼ ਇਟ ਇਜ਼ ਨਾਟ ਗਿਵਨ। ਇਹਦੇ ਵਿੱਚ ਕੀ ਹੈ, ਇਸ ਨੂੰ ਕੈਲਕੂਲੇਟ ਕਰਨ ਦੇ ਬਹੁਤ ਸਾਰੇ ਕ੍ਰਾਈਟੇਰੀਆਜ਼ ਨੇ। ਹੁਣ ਸਿੰਪਲ ਤੁਸੀਂ ਫੈਕਟਰ ਇਹ ਲਗਾ ਕੇ ਚੱਲੋ ਕਿ ਜੇ ਤੁਸੀਂ ਉੱਥੇ ਐਜ਼ ਅ ਲਿਵ ਇਨ ਕੇਅਰ ਗਿਵਰ ਜਾ ਰਹੇ ਹੋ ਤੇ ਉਸ ਪ੍ਰੋਵਿੰਸ ਦੀ ਮਿਨੀਮਮ ਵੇਜ $15 ਪਰ ਆਵਰ ਹੈ, ਤੇ ਉਹਦੇ ਨਾਲ ਕੀ ਹੈ ਕਿ ਐਟਲੀਸਟ ਤੁਹਾਡੀ ਈਅਰਲੀ ਵੇਜ ਕਿੰਨੀ ਬਣੇਗੀ, $30,000 to $35,000 ਕੈਨੇਡੀਅਨ ਡਾਲਰਸ ਦੇ ਵਿੱਚ ਉਹ ਫਾਲ ਕਰੇਗੀ। ਤੇ ਜੇ ਕਿਸੇ EMPLOYER ਦੀ ਜਿਹੜੀ ਈਅਰਲੀ ਉਹ ਇਨਕਮ ਟੈਕਸ ਰਿਟਰਨ ਜਿਹਨੂੰ ਕਿ T4 ਕਹਿ ਦਿੰਦੇ ਆ ਜਾਂ ਨੋਟਿਸ ਆਫ ਅਸੈਸਮੈਂਟ ਕਿਹਾ ਜਾਂਦਾ ਵਾ ਕੈਨੇਡਾ ਦੇ ਵਿੱਚ, ਠੀਕ ਹੈ, ਤੇ ਉਹਦੇ ਅਕੋਰਡਿੰਗਲੀ ਤੇ ਉਹ ਤੁਸੀਂ ਆਪ ਸੋਚੋ ਕਿ ਕਿਸੇ ਬੰਦੇ ਦੀ ਜੇ $50,000 ਜਾਂ $60,000 ਈਅਰਲੀ ਇਨਕਮ ਹੈ ਤੇ ਉਹ ਲਿਵ ਇਨ ਕੇਅਰ ਗਿਵਰ ਨੂੰ ਹਾਇਰ ਕਰ ਸਕੇਗਾ ਕਿ ਨਹੀਂ ਕਰ ਸਕੇਗਾ। ਸੋ ਇਹ ਸਵਾਲ ਤੁਸੀਂ ਖੁਦ ਵੀ ਅਸੈਸ ਕਰ ਸਕਦੇ ਹੋ। ਆਫ ਕੋਰਸ ਨਹੀਂ ਕਰ ਪਾਏਗਾ ਬਿਕੋਜ਼ ਉਹਦੇ ਖੁਦ ਦੇ ਵੀ ਐਕਸਪੈਂਸਿਸ ਨੇ। ਠੀਕ ਹੈ, ਉਹਨੇ ਆਪਣਾ ਖੁਦ ਦਾ ਵੀ ਕੁਛ ਨਾ ਕੁਛ ਸੇਵਿੰਗਸ ਕਰਨੀਆਂ ਨੇ। ਸੋ ਜੇ ਉਹ ਆਪਣੇ $60,000 ਚੋਂ ਤੁਹਾਨੂੰ ਹੀ ਇੰਨੇ ਜ਼ਿਆਦਾ ਮਨੀ ਪੇ ਕਰ ਦੇਗਾ ਤੇ ਉਹਦੇ ਕੋਲੇ ਖੁਦ ਕੀ ਬਚੇਗਾ। ਸੋ ਇਟ ਇਜ਼ ਅ ਵੈਰੀ ਲਾਈਕ ਸਿੰਪਲ ਫਾਰਮੂਲਾ। ਠੀਕ ਹੈ, ਇੱਕ ਵੇਜ ਕ੍ਰਾਈਟੇਰੀਆ ਬਹੁਤ ਇੰਪੋਰਟੈਂਟ ਹੈ, EMPLOYER ਦਾ ਹੋਣਾ ਚਾਹੀਦਾ ਕਿ ਉਨੀ ਕੁ ਵੇਜ ਹੋਵੇ ਕਿ ਮਿਨੀਮਮ ਸੈਲਰੀ ਐਟਲੀਸਟ ਉਹ ਜੇ ਫੋਰਨ ਸਪੋਰਟ ਵਰਕਰ ਨੂੰ ਬੁਲਾ ਰਹੇ ਨੇ ਕੈਨੇਡਾ ਦੇ ਵਿੱਚ ਆਪਣੇ ਬੱਚੇ ਜਾਂ ਆਪਣੇ ਕਿਸੇ ਐਲਡਰਲੀ ਦੀ ਹੈਲਪ ਦੇ ਲਈ, ਤੇ ਆਫ ਕੋਰਸ ਉਹਨਾਂ ਦੇ ਕੋਲੇ ਉਹਨਾਂ ਦੀ ਵੇਜ ਕ੍ਰਾਈਟੇਰੀਆ ਨੂੰ ਮੀਟ ਕਰਨ ਉਹ, ਜੋ ਕਿ ਐਟਲੀਸਟ ਅਸੀਂ ਕਹਿੰਦੇ ਹਾਂ ਕਿ $70,000 to $80,000 ਇਜ਼ ਗੁੱਡ ਇਨਫ। ਠੀਕ ਹੈ, ਉਸ ਤੋਂ ਇਲਾਵਾ ਇਹ ਜਿਹੜਾ ਜੌਬ ਆਫਰ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ, ਇਹ ਇਟ ਸ਼ੁੱਡ ਬੀ ਅ ਜੈਨੂਇਨ ਵਨ। ਜੇ ਤੁਸੀਂ ਫੋਰ ਐਗਜ਼ਾਮਪਲ ਅਪਲਾਈ ਕਰ ਰਹੇ ਹੋ ਅੰਡਰ ਚਾਈਲਡ ਕੇਅਰ ਤਾਂ ਤੁਹਾਡੀ ਜਿਹੜੀ ਜੌਬ ਹੈ ਦੈਟ ਸ਼ੁੱਡ ਬੀ ਫॉर द ਚਾਈਲਡ ਕੇਅਰ ਓਨਲੀ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਥੋਂ ਐਜ਼ ਅ ਚਾਈਲਡ ਕੇਅਰ ਵਰਕਰ ਚਲੇ ਗਏ ਤੇ ਉੱਥੇ ਜਾ ਕੇ ਤੁਸੀਂ ਹੋਮ ਸਪੋਰਟ ਵਰਕਰ ਫॉर ਸਮਵਨ ਐਲਡਰਲੀ ਉਹਦੇ ਲਈ ਤੁਸੀਂ ਕੰਮ ਕਰ ਰਹੇ ਹੋ। ਸੋ ਉਹ ਉੱਥੇ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਇਨਵੈਲਿਡ ਹੋ ਜਾਊਗਾ ਤੇ ਫਿਰ ਤੁਸੀਂ ਤੁਹਾਡੀ PR ਐਪਲੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ।
ठीक है। सो दिस शुड बी ऑलवेज नोटेड। तो सिमिलरली वाइस वर्सा, जे तुसी एज अ होम सपोर्ट वर्कर जा रहे हो किसी इंसान ਦੇ ਸਪੈਸ਼ਲ ਕੇਅਰਸ ਦੀ ਨੀਡ ਲਈ ਜਾਂ ਐਲਡਰਲੀ ਦੇ ਲਈ, ਤਾਂ ਤੁਸੀਂ ਐਜ਼ ਅ ਚਾਈਲਡ ਸਪੋਰਟ ਵਰਕਰ ਉੱਥੇ ਕੰਮ ਨਹੀਂ ਕਰ ਸਕਦੇ। ਫਿਰ ਵੀ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਇਨਵੈਲਿਡ ਹੋ ਜਾਏਗਾ। ਰੀਜ਼ਨ ਬੀਇੰਗ ਚਾਈਲਡ ਸਪੋਰਟ ਵਰਕਰ ਤੇ ਜਿਹੜਾ ਹੋਮ ਸਪੋਰਟ ਵਰਕਰ ਹੈ, ਇਹ ਦੋਨਾਂ ਦਾ ਜਿਹੜਾ ਨੌਕ ਕੋਡ ਹੈ, ਜਿਹੜਾ ਕਿ ਆਪਾਂ ਡਿਊਰਿੰਗ ਦੀ ਐਪਲੀਕੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਆਪਾਂ ਚੂਜ਼ ਕਰੀਦਾ ਵਾ ਨੌਕ ਕੋਡ, NOC ਕੋਡ, ਠੀਕ ਹੈ, ਨੈਸ਼ਨਲ ਆਕੂਪੇਸ਼ਨ ਕੋਡ, ਉਹ ਦੋਨਾਂ ਦੇ ਡਿਫਰੈਂਟ ਨੇ। ਸੋ ਜੇ ਤੁਹਾਡਾ ਐਕਸਪੀਰੀਅੰਸ ਤੁਸੀਂ ਵਰਕ ਪਰਮਿਟ ਲਿਆ ਕਿਸੇ ਹੋਰ ਨੌ ਕੋਡ ਦੇ ਅੰਡਰ, ਤੇ ਤੁਸੀਂ ਜਿਹੜਾ ਐਕਸਪੀਰੀਅੰਸ ਹੈ ਉਹ ਦੂਸਰੇ ਨੌ ਕੋਡ ਦੇ ਅੰਡਰ ਲੈ ਰਹੇ ਹੋ, ਤਾਂ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਇਨਵੈਲਿਡ ਹੋ ਜਾਂਦਾ ਹੈ, ਤੇ ਫਿਰ ਤੁਸੀਂ PR ਦੇ ਲਈ ਐਲੀਜੀਬਲ ਨਹੀਂ ਹੋਵੋਗੇ, ਠੀਕ ਹੈ। ਤੇ ਇਹ ਵਾਲੇ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ, ਜਿਹੜੀਆਂ ਕਿ ਰਿਕੁਆਇਰਮੈਂਟਸ ਨੇ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਲਈਆਂ ਨੇ। ਹੁਣ ਇੱਕ ਬਹੁਤ ਹੀ ਕਾਮਨ ਕੁਐਸਚਨ ਆਉਂਦਾ ਹੈ ਕਿ ਜਿਹੜੀਆਂ ਨਰਸਿੰਗ ਗ੍ਰੈਜੂਏਟਸ ਨੇ, ਤੇ ਫॉर एग्जांपल ਕਿਸੇ ਨੇ GNM ਕੀਤੀ ਹੋਈ ਹੈ, ਠੀਕ ਹੈ, ਜਾਂ ਫਿਰ ਕਿਸੇ ਨੇ BSc ਨਰਸਿੰਗ ਕੀਤੀ ਹੋਈ ਹੈ, ਐਂਡ ਉਹਨਾਂ ਕੋਲੇ 3 ਜਾਂ 4 ਸਾਲ ਦਾ ਐਕਸਟੈਂਸਿਵ ਐਕਸਪੀਰੀਅੰਸ ਹੈਗਾ ਵਾ, ਠੀਕ ਹੈ, ਨਰਸਿੰਗ ਦੇ ਵਿੱਚ, ਚਾਹੇ ਉਹ ਕਿਸੇ ਹਸਪੀਟਲ ਦੇ ਵਿੱਚ ਵਰਕ ਕਰ ਰਹੇ ਨੇ ਜਾਂ ਕਿਸੇ ਨਰਸਿੰਗ ਹੋਮ ਦੇ ਵਿੱਚ ਕੰਮ ਕਰ ਰਹੇ ਨੇ, ਜਾਂ ਜੋ ਵੀ ਉਹਨਾਂ ਦਾ ਰੈਲੇਵੈਂਟ ਐਕਸਪੀਰੀਅੰਸ ਹੈ, ਕਿ ਉਹਨਾਂ ਨੂੰ ਨੈਨੀ ਸਰਟੀਫਿਕੇਟ ਦੀ ਲੋੜ ਹੈ ਜਾਂ ਨਹੀਂ ਹੈ। ਸੋ ਇੱਕ ਬੜਾ ਹੀ ਇੱਕ ਕਾਮਨ ਕੁਐਸਚਨ ਹੈ ਜਿਹੜਾ ਕਿ ਸਾਨੂੰ ਪੁੱਛਦੇ ਨੇ ਸਾਡੇ ਕਲਾਇੰਟਸ, ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲੇ ਹੁਣ ਨਰਸਿੰਗ BSc ਨਰਸਿੰਗ ਕਰਕੇ ਕੀ ਤੁਹਾਡਾ ਐਕਸਪੀਰੀਅੰਸ ਹਸਪੀਟਲ ਜਾਂ ਉਹਦੇ ਵਿੱਚ ਐਜ਼ ਅ ਸਟਾਫ ਨਰਸ ਦਾ ਐਕਸਪੀਰੀਅੰਸ ਹੈ, ਕਿ ਤੁਹਾਡਾ ਜਸਟ ਉੱਥੇ ਰਿਸੈਪਸ਼ਨਿਸਟ ਦਾ ਐਕਸਪੀਰੀਅੰਸ ਹੈ, ਜਾਂ ਤੁਸੀਂ ਉੱਥੇ ਨਰਸਿੰਗ ਦੀ ਡਿਗਰੀ ਲੈ ਕੇ ਤਾਂ ਚਲੇ ਗਏ ਹੋ ਹਸਪੀਟਲ ਦੇ ਵਿੱਚ, ਬਟ ਤੁਸੀਂ ਉੱਥੇ ਜਿਹੜੀਆਂ ਤੁਹਾਡੇ ਜੌਬ ਰੋਲਸ ਨੇ ਉਹ ਕੋਈ ਨਰਸਿੰਗ ਦੇ ਨਾਲ ਰਿਲੇਟਡ ਨਹੀਂ ਹੈਗੀਆਂ। ਸੋ ਉੱਥੇ ਤੁਹਾਨੂੰ ਆਫ ਕੋਰਸ ਨੈਨੀ ਦਾ ਸਰਟੀਫਿਕੇਟ ਦੀ ਰਿਕੁਆਇਰਮੈਂਟ ਪੈ ਸਕਦੀ ਹੈ, ਬਿਕੋਜ਼ ਜਿਹੜਾ ਕਿ ਨੈਨੀ ਦਾ ਕੋਰਸ ਹੈ ਉਹਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿ ਫॉर एग्जांपल ਫਸਟ ਏਡ ਕਿਵੇਂ ਦੇਣੀ ਹੈ, ਜੇ ਕਿਸੇ ਇਨਸਾਨ ਨੂੰ ਜਾਂ ਬੱਚੇ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਤਾਂ ਤੁਸੀਂ ਕਿੰਨੀ ਡੋਜ਼ੇਜ ਦੇਣੀ ਹੈ ਉਸ ਚੀਜ਼ ਦੀ, ਠੀਕ ਹੈ। ਸੋ ਇਹ ਵਾਲੇ ਜਿਹੜੇ ਨਿੱਕੇ ਨਿੱਕੇ ਪੁਆਇੰਟਸ ਨੇ, ਆਲਦੋ ਤੁਸੀਂ ਨਰਸਿੰਗ ਦੇ ਵਿੱਚ ਪੜ੍ਹਿਆ ਹੋਇਆ ਵਾ, ਬਟ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਨਰਸਿੰਗ ਦੇ ਵਿੱਚ ਨਹੀਂ ਹੈ ਔਰ ਐਜ਼ ਅ ਸਟਾਫ ਨਰਸ ਨਹੀਂ ਹੈਗਾ, ਤੁਸੀਂ ਟੀਚਿੰਗ ਦੀ ਜੌਬ ਕਰਦੇ ਹੋ BSc ਨਰਸਿੰਗ ਕਰਕੇ, ਤਾਂ ਆਫ ਕੋਰਸ ਤੁਹਾਨੂੰ ਫਿਰ ਨੈਨੀ ਦਾ ਜਿਹੜਾ ਸਰਟੀਫਿਕੇਟ ਹੈ ਉਹ ਤੁਹਾਨੂੰ ਕੋਰਸ ਕਰਨਾ ਪਏਗਾ। ਤੇ ਇਟ ਇਜ਼ ਆਲਵੇਜ਼ ਗੁੱਡ ਟੂ ਸ਼ੋਕੇਸ ਦ ਵੀਜ਼ਾ ਆਫਿਸਰ ਕਿ ਹਾਂਜੀ ਇਹਨਾਂ ਨੇ BSc ਤੋਂ ਬਾਅਦ ਐਡੀਸ਼ਨਲੀ ਇਹ ਵਾਲਾ ਕੋਰਸ ਕੀਤਾ, ਤੇ ਉਹਦੇ ਨਾਲ ਇਹਨਾਂ ਕੋਲੇ ਰੈਲੇਵੈਂਟ ਐਕਸਪੀਰੀਅੰਸ ਵੀ ਹੈਗਾ, ਜਿਹਦੇ ਨਾਲ ਕਿ ਤੁਹਾਡੀ ਪ੍ਰੋਫਾਈਲ ਬਹੁਤ ਹੀ ਜ਼ਿਆਦਾ ਸਟਰੋਂਗ ਬਣ ਜਾਂਦੀ ਹੈ, ਐਂਡ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਆ ਕਿ ਉਹ ਫਾਸਟ ਟਰੈਕ ਪ੍ਰੋਸੈਸਿੰਗ ਦੇ ਵਿੱਚ ਨਿਕਲ ਜਾਵੇ, ਠੀਕ ਹੈ। ਸੋ ਇਹ ਵਾਲਾ ਜਿਹੜਾ ਕਾਮਨ ਕੁਐਸਚਨ ਸੀਗਾ ਉਹ ਮੈਂ ਤੁਹਾਡਾ ਸੋਲਵ ਕਰਤਾ ਕਿ ਜਿਹੜੇ ਨਰਸਿੰਗ ਗ੍ਰੈਜੂਏਟਸ ਨੇ, ਜੇ ਤੁਸੀਂ ਐਜ਼ ਅ ਸਟਾਫ ਨਰਸ ਕਿਸੇ ਵੀ ਹਸਪੀਟਲ ਜਾਂ ਨਰਸਿੰਗ ਹੋਮ ਦੇ ਵਿੱਚ ਜੌਬ ਕਰ ਰਹੇ ਹੋ ਤਾਂ ਤੁਹਾਡਾ ਐਕਸਪੀਰੀਅੰਸ ਉੱਥੇ ਐਜ਼ ਅ ਸਟਾਫ ਨਰਸ ਹੈਗਾ, ਫਿਰ ਤੁਹਾਨੂੰ ਰਿਕੁਆਇਰਮੈਂਟ ਨਹੀਂ ਹੈ। ਜੇ ਤੁਹਾਡੇ ਜੌਬ ਰੋਲਸ ਡਿਫਰੈਂਟ ਨੇ, ਫॉर एग्जांपल ਤੁਸੀਂ ਰਿਸੈਪਸ਼ਨਿਸਟ ਦੇ ਕੰਮ ਕਰ ਰਹੇ ਹੋ ਜਾਂ ਨੋਰਮਲ ਪੇਪਰ ਵਰਕ ਦਾ ਕੰਮ ਕਰ ਰਹੇ ਹੋ, ਤਾਂ ਆਫ ਕੋਰਸ ਤੁਹਾਨੂੰ ਉਵੇਂ ਦਾ ਸਰਟੀਫਿਕੇਟ ਜੋ ਕਿ ਨੈਨੀ ਦਾ ਸਰਟੀਫਿਕੇਟ ਹੈ ਤੇ ਉੱਦਾਂ ਦਾ ਹੀ ਐਕਸਪੀਰੀਅੰਸ। ਜੇ ਤੁਸੀਂ ਚਾਈਲਡ ਕੇਅਰ ਦੇ ਵਿੱਚ ਨੈਨੀ ਦਾ ਕੋਰਸ ਕਰ ਰਹੇ ਹੋ, ਸਪੈਸ਼ਲਾਈਜੇਸ਼ਨ ਕਰ ਰਹੇ ਹੋ, ਤਾਂ ਫਿਰ ਚਾਈਲਡ ਕੇਅਰ ਦਾ ਐਟਲੀਸਟ 1 ਸਾਲ ਦਾ ਐਕਸਪੀਰੀਅੰਸ, ਤੇ ਜੇ ਤੁਸੀਂ ਹੋਮ ਸਪੋਰਟ ਵਰਕਰ ਦਾ ਕਰ ਰਹੇ ਹੋ ਤਾਂ ਕਿਸੇ ਐਲਡਰਲੀ ਦਾ ਵਰਕ ਐਕਸਪੀਰੀਅੰਸ ਤੁਹਾਨੂੰ ਹੋਣਾ ਲਾਜ਼ਮੀ ਹੈ, ਉਹਦੇ ਨਾਲ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਸਟਰੋਂਗ ਬਣ ਜਾਂਦੀ ਹੈ। ਹੁਣ ਆ ਗਈ ਪ੍ਰੋਸੈਸ ਦੀ ਗੱਲ। ਸੋ ਇਹ ਜਿਹੜਾ ਤੁਸੀਂ ਪ੍ਰੋਸੈਸ ਹੈ ਕਿਵੇਂ ਸਟਾਰਟ ਕਰ ਸਕਦੇ ਹੋ, ਸਭ ਤੋਂ ਪਹਿਲੇ ਪ੍ਰੀ ਰਿਕੁਇਜ਼ਿਟਸ 2 ਨੇ, ਜਿਹੜੇ ਕਿ ਇਹ ਵੀ ਸਾਡੀ ਕਲਾਇੰਟਸ ਦੀ ਬਹੁਤ ਕੁਐਰੀ ਹੈ ਕਿ ਚਲੋ ਠੀਕ ਹੈ ਜੀ ਅਸੀਂ IELTS ਜਨਰਲ ਕਰ ਲਿਆ, ਸਾਡੇ 5.5 ਜਾਂ 6 ਬੈਂਡਸ ਹੈਗੇ ਨੇ, ਤੇ ਬਟ ਇਵੈਲੂਏਸ਼ਨ ਦੀ ਕੀ ਰਿਕੁਆਇਰਮੈਂਟ ਹੈ। ਸੋ ਜੇ ਤੁਸੀਂ CIC ਦੀ ਵੈਬਸਾਈਟ ਤੇ ਜਾਓਗੇ ਤੇ ਉਹੀ ਇਨਫੋਰਮੇਸ਼ਨ ਅਸੀਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਦੱਸੀ ਦੀ ਹੈ, ਤੇ ਬਟ ਜਿਵੇਂ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਲੋਕ ਇੱਕ ਜਗ੍ਹਾ ਤੋਂ ਨਹੀਂ ਅਲੱਗ-ਅਲੱਗ ਥਾਂ ਤੋਂ ਪੁੱਛਦੇ ਨੇ, ਤਾਂ ਕੋਈ ਇਨਸਾਨ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਤੇ ਕੋਈ ਨਹੀਂ ਕਰਦਾ। ਸੋ ਅਸੀਂ ਹਮੇਸ਼ਾ ਹੀ ਆਪਣੇ ਕਲਾਇੰਟਸ ਨੂੰ ਕਹੀਦਾ ਵਾ ਕਿ 2 ਰਿਕੁਆਇਰਮੈਂਟਸ ਹੈ, ਜਿੰਨੀ ਦੇਰ ਤੁਹਾਡੀਆਂ ਇਹ 2 ਫਿਲ ਨਹੀਂ ਹੁੰਦੀਆਂ ਅਸੀਂ ਤੁਹਾਡੀ ਐਪਲੀਕੇਸ਼ਨ ਨੂੰ ਸਟਾਰਟ ਨਹੀਂ ਕਰਾਂਗੇ। ਸੋ ਪਹਿਲੀ ਰਿਕੁਆਇਰਮੈਂਟ ਹੈ CLB-5, ਦੈਟ ਇਜ਼ IELTS ਜਨਰਲ ਦੇ ਵਿੱਚ ਤੁਹਾਡੇ CLB-5 ਹੋਣੇ ਚਾਹੀਦੇ ਆ। 5.5 ਤੁਸੀਂ IELTS ਦੇ ਵਿੱਚ ਵੈਸੇ ਉਹਨਾਂ ਨੂੰ ਬੈਂਡਸ ਗਿਣ ਸਕਦੇ ਹੋ, ਮਿਨੀਮਮ 5 ਈਚ ਹੋਣੇ ਚਾਹੀਦੇ ਨੇ ਤੁਹਾਡੇ ਹਰੇਕ ਮੋਡਿਊਲ ਦੇ ਵਿੱਚ, ਠੀਕ ਹੈ। ਸੈਕੰਡ ਇਜ਼ ਯੋਰ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ, ਜਿਹਨੂੰ ਕਿ ECA ਕਹਿੰਦੇ ਨੇ। ਉਹ ਤੁਸੀਂ ਕਿਤੋਂ ਵੀ ਕਰਵਾ ਸਕਦੇ ਹੋ, WES ਤੋਂ, ICAS ਤੋਂ, ICES ਤੋਂ, ਇਹ ਸਾਰੀਆਂ ਹੀ ਵੈਲਿਡ ਨੇ, ਠੀਕ ਹੈ। ਸੋ ਜਦੋਂ ਤੁਹਾਡੀ ਅਸੈਸਮੈਂਟ ਰਿਪੋਰਟ ਆ ਜਾਂਦੀ ਹੈ, ਠੀਕ ਹੈ, ਤੇ ਤੁਹਾਡਾ IELTS ਕਲੀਅਰ ਹੋ ਗਿਆ, ਫਿਰ ਹੀ ਅਸੀਂ ਜਿਹੜੀ ਤੁਹਾਡੀ ਐਪਲੀਕੇਸ਼ਨ 'ਤੇ ਵਰਕ ਕਰਨਾ ਸਟਾਰਟ ਕਰ ਰਹੇ ਹਾਂ।
ਹੁਣ ਐਪਲੀਕੇਸ਼ਨ ਪ੍ਰੋਸੈਸ ਕੀ ਹੈ? ਜਦੋਂ ਵੀ ਕੈਂਡੀਡੇਟ ਇੱਥੇ ਹੋਮ ਚਾਈਲਡ ਕੇਅਰ ਵਰਕਰ ਜਾਂ ਹੋਮ ਸਪੋਰਟ ਵਰਕਰ ਦੇ ਵਿੱਚ ਸਟਾਰਟ ਕਰਦੇ ਨੇ, ਠੀਕ ਹੈ, ਐਪਲੀਕੇਸ਼ਨ ਅਸੀਂ ਪ੍ਰੋਸੈਸ ਸਟਾਰਟ ਕਰੀਦਾ, ਤਾਂ ਉਹਨਾਂ ਦੀ ਪੈਰਲਲ ਹੀ ਜਿਹੜੀ PR ਦੀ ਐਪਲੀਕੇਸ਼ਨ ਹੈ ਉਹ ਲੌਂਚ ਹੁੰਦੀ ਹੈ। ਸੋ ਇਸ ਲਈ ECA ਦੀ ਰਿਕੁਆਇਰਮੈਂਟ ਹੁੰਦੀ ਹੈ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ। ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ ਇਜ਼ ਰਿਕੁਆਇਰਡ ਫॉर PR, ਠੀਕ ਹੈ, ਕਿਉਂਕਿ ਜਦੋਂ ਤੁਹਾਡੀ ਇਹ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗੇਗੀ ਹੋਮ ਚਾਈਲਡ ਕੇਅਰ ਸਪੋਰਟ ਵਰਕਰ ਜਾਂ ਹੋਮ ਚਾਈਲਡ ਕੇਅਰ ਵਰਕਰ ਦੀ, ਠੀਕ ਹੈ, ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਦੇ ਵਿੱਚ, ਤੇ ਪੈਰਲਲ ਹੀ ਤੁਹਾਡੀ PR ਦੀ ਐਪਲੀਕੇਸ਼ਨ ਸਟਾਰਟ ਹੁੰਦੀ ਹੈ। ਉਹਦੇ ਲਈ ਹੀ ECA ਤੇ IELTS ਦੋਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਜਦੋਂ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਗਿਆ, ਤੁਸੀਂ ਜਾ ਕੇ ਉੱਥੇ ਆਪਣੀ ਜੌਬ ਸਟਾਰਟ ਕਰ ਦੋਗੇ, ਤੇ ਐਟਲੀਸਟ ਤੁਹਾਨੂੰ 24 ਮੰਥਸ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਵਾ, ਠੀਕ ਹੈ, ਜੋ ਕਿ ਤੁਸੀਂ ਡੈਮੋਨਸਟ੍ਰੇਟ ਕਰੋਗੇ CIC ਨੂੰ, ਜਿਹੜੀ ਤੁਹਾਡੀ ਪੈਰਲਲੀ PR ਦੀ ਐਪਲੀਕੇਸ਼ਨ ਚੱਲ ਰਹੀ ਹੈ, ਤੇ ਤੁਸੀਂ ਉੱਥੇ ਆਪਣਾ ਜਾ ਕੇ ਹੋਮ ਕੇਅਰ ਗਿਵਰ ਦਾ ਆਪਣਾ ਵਰਕ ਐਕਸਪੀਰੀਅੰਸ ਲੈਣਾ ਸ਼ੁਰੂ ਕਰਤਾ, ਤੇ EMPLOYER ਤੁਹਾਨੂੰ ਸੈਲਰੀ ਪੇ ਕਰ ਰਿਹਾ। ਉਹ ਸਾਰੀਆਂ ਜਿਹੜੀ ਤੁਹਾਡੀ ਰਿਕੁਆਇਰਮੈਂਟਸ ਨੇ, ਪੇਪਰ ਵਰਕ ਹੈ, ਉਹ ਤੁਸੀਂ CIC ਨੂੰ ਸੈਂਡ ਕਰੋਗੇ, ਤੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਉਸ ਚੀਜ਼ ਦੀ ਰੈਲੇਵੈਂਸੀ ਦੇਖਦੇ ਹੋਏ, ਉਸ ਚੀਜ਼ ਤੋਂ ਕੌਨਫੀਡੈਂਸ ਲੈਂਦੇ ਹੋਏ ਕਿ ਹਾਂਜੀ ਇਹ ਕੈਂਡੀਡੇਟ ਓਪਨ ਵਰਕ ਪਰਮਿਟ ਤੇ ਇੱਥੇ ਬਾਹਰ ਆਏ ਸੀਗੇ, ਤੇ ਆ ਕੇ ਇਹਨਾਂ ਨੇ ਸੇਮ ਨੌਕ ਕੋਡ ਦੇ ਵਿੱਚ 24 ਮੰਥਸ ਰੈਗੂਲਰ ਵਰਕ ਐਕਸਪੀਰੀਅੰਸ ਹਾਸਿਲ ਕੀਤਾ ਹੈ, ਤੇ ਹੁਣ ਇਹ ਐਲੀਜੀਬਲ ਨੇ PR ਲਈ। ਤੇ ਐਸ ਸੂਨ ਐਸ ਤੁਸੀਂ ਉਹ ਜਿਹੜੇ ਆਪਣੀਆਂ T4 ਸਲਿਪਸ ਨੇ, ਆਪਣੀਆਂ ਸੈਲਰੀ ਸਟੱਬਸ ਨੇ, ਉਹ ਭੇਜਦੇ ਹੋ CIC ਨੂੰ, ਨਾਲ ਦੀ ਨਾਲ ਹੀ ਤੁਸੀਂ PR ਹੋ ਜਾਂਦੇ ਹੋ, ਤੇ ਤੁਹਾਨੂੰ PR ਮਿਲ ਜਾਂਦੀ ਹੈ ਕੈਨੇਡਾ ਦੇ ਵਿੱਚ। ਸੋ ਇਸ ਪ੍ਰੋਗਰਾਮ ਦੇ ਵਿੱਚ ਹੋਰ ਕੀ ਚੇਂਜਸ ਆਈਆਂ ਜਦੋਂ ਤੋਂ ਇਹ ਲਾਂਚ ਹੋਇਆ ਸੀਗਾ? ਲਾਸਟ ਈਅਰ ਚੇਂਜਸ ਇਹ ਆਈਆਂ ਕਿ ਪਹਿਲੇ ਸਿਰਫ ਜਿਹੜਾ ਕਿ ਮੇਨ ਐਪਲੀਕੈਂਟ ਹੈ, ਜਿਹੜਾ ਕਿ ਲਿਵ ਇਨ ਕੇਅਰ ਗਿਵਰ ਦੇ ਵਿੱਚ ਜਾ ਰਿਹਾ ਵਾ, ਹੋਮ ਸਪੋਰਟ ਵਰਕਰ ਦੇ ਲਈ ਜਾ ਰਿਹਾ ਵਾ, ਸਿਰਫ ਉਹ ਹੀ ਐਲੀਜੀਬਲ ਹੁੰਦੇ ਸੀਗੇ ਜਾਣ ਦੇ ਲਈ। ਬਟ ਲਾਸਟ ਈਅਰ ਤੋਂ ਚੇਂਜਸ ਕੀ ਆਏ ਕਿ ਕੈਂਡੀਡੇਟਸ ਦੇ ਸਪਾਊਸਸ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਐਲੀਜੀਬਲ ਨੇ। ਸੋ ਜਿਹੜੇ ਸਪਾਊਸਸ ਨੇ ਉਹਨਾਂ ਨੂੰ ਨਾਲ ਹੀ ਮੇਨ ਐਪਲੀਕੈਂਟ ਦੇ ਨਾਲ ਹੀ ਉਹਨਾਂ ਦੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਲੱਗ ਜਾਂਦੀ ਹੈ। ਦੈਟ ਮੀਨਸ ਉਹ ਬਾਉਂਡਡ ਵਰਕ ਪਰਮਿਟ ਤੇ ਨਹੀਂ ਹੁੰਦੇ, ਉਹ ਜਾ ਕੇ ਉਹ ਆਪਣੀ ਕੋਈ ਵੀ ਜੌਬ ਉੱਥੇ ਜਾ ਕੇ ਕੈਨੇਡਾ ਦੇ ਵਿੱਚ ਸਟਾਰਟ ਕਰ ਸਕਦੇ ਹੈ, ਠੀਕ ਹੈ। ਤੇ ਜਿਹੜੇ ਉਹਨਾਂ ਦੇ ਬੱਚੇ ਨੇ, ਠੀਕ ਹੈ, ਉਹਨਾਂ ਨੂੰ ਮਿਲਦਾ ਹੈ ਸਟੱਡੀ ਪਰਮਿਟ, ਤੇ ਐਸ ਸੂਨ ਐਜ਼ ਜਦੋਂ ਵੀਜ਼ਾ ਥਰੂ ਹੁੰਦਾ ਉੱਥੇ ਜਾ ਕੇ ਉਹ ਆਪਣੀ ਸਕੂਲਸ ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੇ। ਸੋ ਇੱਕ ਬਹੁਤ ਹੀ ਵੱਡਾ ਤੁਸੀਂ ਕਹਿ ਲਓ ਕਿ ਬੈਨੀਫਿਟ ਦਿੱਤਾ ਵਾ ਜਿਹੜੇ ਕਿ ਐਜ਼ ਅ ਨੈਨੀ ਜਾ ਕੇ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆਪਣੀ ਫੈਮਿਲੀ ਦੇ ਨਾਲ, ਤੇ ਕਿਉਂਕਿ ਉਹਨਾਂ ਦੇ ਬੱਚੇ, ਉਹਨਾਂ ਦੇ ਸਪਾਊਸਸ ਵੀ ਐਲੀਜੀਬਲ ਹੁਣ ਕਰਦੇ ਨੇ ਕੈਨੇਡਾ। ਸੋ ਇੱਕ ਇੱਦਾਂ ਦੀ ਓਪਰਚੁਨਿਟੀ ਹੈ ਘੱਟ ਬੈਂਡ ਸਕੋਰ ਦੇ ਵਿੱਚ, ਤੇ ਕਿ ਇਸ ਤੋਂ ਵਿਦਿਨ 2 ਇਅਰਸ ਨਾਲੇ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਜਾਂਦੇ ਸਾਰ ਅਰਨਿੰਗ ਸਟਾਰਟ ਕਰਤੀ ਹੈ, ਠੀਕ ਹੈ, ਤੁਸੀਂ ਉਸ EMPLOYER ਦੇ ਕੋਲੇ ਕੰਮ ਕਰੋਗੇ, ਤੁਹਾਨੂੰ ਵੇਜ ਮਿਲੇਗੀ। ਸਿਮਿਲਰਲੀ ਤੁਹਾਡੇ ਸਪਾਊਸ ਨੇ ਜਾ ਕੇ ਉੱਥੇ ਆਪਣੀ ਅਰਨਿੰਗ ਸਟਾਰਟ ਕਰਤੀ ਹੈ, ਤੁਹਾਡੇ ਬੱਚਿਆਂ ਨੂੰ ਗਵਰਨਮੈਂਟ ਸਪੋਰਟ ਵੱਲੋਂ, ਤੇ ਤੁਸੀਂ ਜਾਂਦੇ ਸਾਰ ਉਹਨਾਂ ਦੀ ਐਜੂਕੇਸ਼ਨ ਸਟਾਰਟ ਕਰ ਸਕਦੇ ਹੋ। ਸੋ ਇਹ ਜਿਹੜੇ ਬੈਨੀਫਿਟਸ ਨੇ ਤੁਸੀਂ ਦੇਖੋ ਐਜ਼ ਅ ਵਰਕਰ ਲੈਣੇ ਕਿੰਨੇ ਜ਼ਿਆਦਾ ਮੁਸ਼ਕਿਲ ਨੇ, ਉਹ ਵੀ ਐਜ਼ ਅ ਫॉर ਅ ਕੰਟਰੀ ਲਾਈਕ ਕੈਨੇਡਾ। ਬਟ ਉਹ ਆਪਣੇ ਜਿਹੜੇ ਵੀ ਕੋਈ ਵਰਕਰਸ ਨੂੰ ਬੁਲਾਉਂਦੇ ਨੇ ਓਵਰਸੀਜ਼ ਤੋਂ, ਉਹ ਹਮੇਸ਼ਾ ਮੋਟੀਵੇਟਿਡ ਨੇ ਕਿ ਜਿਹੜੇ ਵੀ ਕੋਈ ਵਰਕਰਸ ਕਿਸੇ ਵੀ ਕੈਟੇਗਰੀ ਦੇ ਵਿੱਚ ਆਉਣ, ਉਹਨਾਂ ਲਈ ਕੈਨੇਡੀਅਨ ਗਵਰਨਮੈਂਟ ਇਜ਼ ਆਲਵੇਜ਼ ਰੈਡੀ ਟੂ ਹੈਲਪ ਦੈਮ ਈਵਨ ਦੇਅਰ ਫੈਮਿਲੀਜ਼। ਸੋ ਜਿਹੜਾ ਇਹ ਪ੍ਰੋਗਰਾਮ ਹੈ ਇਹ ਇੱਕ ਤਰ੍ਹਾਂ ਦਾ ਘੱਟ ਬੈਂਡ ਸਕੋਰ ਦੇ ਵਿੱਚ ਸਭ ਤੋਂ ਪਪੂਲਰ ਪ੍ਰੋਗਰਾਮ ਹੈ, ਠੀਕ ਹੈ, ਤੇ ਇਹਦਾ ਜਿਹੜਾ ਲੁਫਤ ਹੈ ਤੁਸੀਂ ਈਜ਼ੀਲੀ ਚੱਕ ਸਕਦੇ ਹੋ ਜੇ ਤੁਸੀਂ ਮਿਨੀਮਮ ਬੈਚਲਰਸ ਡਿਗਰੀ ਕੀਤੀ ਹੋਈ ਹੈ, ਤੇ ਤੁਸੀਂ ਇੱਕ ਸਿਰਫ 6 ਮੰਥਸ ਜਾਂ 1 ਈਅਰ ਦਾ ਨੈਨੀ ਦਾ ਕੋਰਸ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ 1 ਸਾਲ ਦਾ ਐਕਸਪੀਰੀਅੰਸ ਲੈਣਾ ਹੈ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਫੈਮਿਲੀ ਦੇ ਨਾਲ ਡਾਇਰੈਕਟਲੀ ਓਪਨ ਵਰਕ ਪਰਮਿਟ ਤੇ ਕੈਨੇਡਾ ਜਾ ਸਕਦੇ ਹੋ, ਤੇ ਜਾ ਕੇ ਆਪਣੀ ਉੱਥੇ ਅਰਨਿੰਗ ਸਟਾਰਟ ਕਰ ਸਕਦੇ ਹੋ, ਤੇ ਨਾ 2 ਸਾਲ ਦੇ ਬਾਅਦ ਤੁਸੀਂ ਉੱਥੇ PR ਹੋ ਜਾਓਗੇ, ਕਿਉਂਕਿ ਜਿਹੜੀ ਤੁਹਾਡੀ ਮੈਂ ਪਹਿਲੇ ਦੱਸਿਆ ਵਾ PR ਦੀ ਐਪਲੀਕੇਸ਼ਨ ਆ ਉਹ ਤੁਹਾਡੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਦੇ ਨਾਲ ਹੀ ਸਟਾਰਟ ਹੋ ਜਾਏਗੀ। ਸੋ ਇਹ ਜਿਹੜਾ ਇਸ ਪ੍ਰੋਗਰਾਮ ਦਾ ਪ੍ਰੋਸੀਜਰ ਹੈ। ਇਹਦੇ ਵਿੱਚ ਜਿਹੜੀਆਂ ਕਿ ਮੇਨ ਪੁਆਇੰਟਸ ਨੇ ਇਸ ਪ੍ਰੋਸੈਸ ਦੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਜਿਹੜਾ ਮੇਨ ਐਪਲੀਕੈਂਟ ਹੈ, ਇਹ ਵੀ ਚੀਜ਼ ਮੈਂ ਵੈਸੇ ਪਹਿਲੇ ਸ਼ੇਅਰ ਕੀਤੀ ਹੈ, ਮੈਂ ਫਿਰ ਤੋਂ ਰਿਪੀਟ ਕਰ ਰਿਹਾ ਵਾਂ ਕਿ ਜਿਹੜਾ ਮੇਨ ਐਪਲੀਕੈਂਟ ਹੈ ਉਹਨੂੰ ਜ਼ਰੂਰੀ ਹੈ ਕਿ ਉਹਨੇ ਜਾ ਕੇ ਉੱਥੇ ਉਹੀ ਕੰਮ ਕਰਨਾ। ਦੈਟ ਮੀਨਸ ਉਹ ਜੇ ਐਜ਼ ਅ ਕੇਅਰ ਗਿਵਰ ਗਏ ਹੈ ਤੇ ਉਹ ਉਸੇ EMPLOYER ਦੇ ਕੋਲੇ ਹੀ ਕੰਮ ਕਰਨਗੇ ਉਸ ਟਾਈਮ ਦੇ ਲਈ, ਠੀਕ ਹੈ। ਉਹ ਇੱਧਰ ਉੱਧਰ ਮੂਵ ਨਹੀਂ ਹੋ ਸਕਦੇ। ਜੇ ਉਹਨਾਂ ਨੇ EMPLOYER ਚੇਂਜ ਕਰਨਾ ਤੇ ਉਹਦੇ ਲਈ ਇੱਕ ਸੈਪਰੇਟ ਐਪਲੀਕੇਸ਼ਨ ਆਪਾਂ ਨੂੰ ਦੇਣੀ ਪੈਂਦੀ ਹੈ, ਜੋ ਕਿ CIC ਨੂੰ ਵੀ ਹੈਵ ਟੂ ਇਨਫੋਰਮ ਕਿ ਹਾਂਜੀ ਅਸੀਂ ਆਪਣਾ EMPLOYER ਚੇਂਜ ਕਰ ਰਹੇ ਹਾਂ। ਬਟ ਜਿਹੜੇ ਉਹਨਾਂ ਦੇ ਸਪਾਊਸਸ ਨੇ ਉਹਨਾਂ ਲਈ ਇਟ ਇਜ਼ ਨਾਟ ਬੌਂਡਡ,
ठीक है। ये कोई भी बॉन्डेड ओपन वर्क परमिट नहीं होंदा। ओपन का डेफिनेशन ही ये है कि तुसी उत्थे कैनेडा चले जाओ एंड यू आर ओपन टू डू एनी सॉर्ट ऑफ वर्क। जेड़ा भी थोड़ा प्रोफैशन है, वैदर यू वॉन्ट टू गो इन टू ट्रकिंग और यू वॉन्ट टू वर्क एज अ ड्राइवल इंस्टॉलर और वॉट्सोएवर, जो भी थोड़ा अपने होम कंट्री दे विच एक्सपीरियंस है, जे तुहानूं उवें दी जॉब मिल रही है कैनेडा च, तुसी जाके उत्थे अपना एक्सपीरियंस शो करके तुसी स्टार्ट कर सकते हो। ठीक है। सो ये इस प्रोग्राम दियाँ हाईलाइट्स ने। तो ਇਹਦਾ मैं कह रहा ईवन कि जिन्हों की एज थोड़ी जी क्रॉस कर चुकी है, 35 प्लस ने, उन्होंने एक्सप्रैस एंट्री पूल दे विच नहीं रैंक्स आउंदे हैगे। ठीक है। CRS स्कोर उन्होंने नहीं बनता हैगा, तो प्लस थोड़े बैंड स्कोर्स की भी उन्होंने दिक्कत है। तो ये प्रोग्राम इदा का है कि एक तो थोड़ी जाते सार कैनेडा वर्किंग स्टार्ट होगी, यू विल स्टार्ट अर्निंग। ठीक है। सैकेंडली तुसी 2 साल तो बाद PR होंगे ही होंगे, बिकॉज जोड़ा थोड़ा एक्सपीरियंस है वो भी रेलेवेंट होएगा। तो सिर्फ तुसी 2 साल का जोड़ा या 24 मंथ्स का एक्सपीरियंस डेमोनस्ट्रेट करना वा कैनेडियन गवर्नमेंट नूं। एंड जिवें ही तुसी वो एप्लीकेशन दे विच अपना एक्सपीरियंस कैनेडियन एक्सपीरियंस नूं अपडेट करते हो, तो नाल दी नाल ही थोड़ी जिहड़ी PR है वो अप्रूव हो जाती है, तो नाल ही थोड़ी जिहड़ी फैमिली है वो भी थोड़े नाल PR हो जाती है। सो इस प्रोग्राम के मेन जिहड़े पॉइंट सीगे मैं कवर अप करते ने। इस तो इलावा हुण जे व्यूअर्स नूं कोई भी होर डाउट्स ने इस प्रोग्राम नूं लैके, तो वो प्लीज़ अपने कमेंट बॉक्स दे विच शेयर कर सकते हैं मेरे नाल, ते मैं 2 मिनट दिंदा वां तुहानूं। इफ एनीबडी इज़ हैविंग एनी सॉर्ट ऑफ क्वेरी रिगार्डिंग दिस प्रोग्राम, तो प्लीज़ वो दसो, तो मैं उन्होंने हुणे आंसर करांगा। तो जे तुसीं अपनी इंडिविजुअल असैसमेंट करवाना चाहते हो, तो सानूं तुसीं जिहड़े गिवन नंबरस ने साडी प्रोफाइल दे विच ਉਹ 'ਤੇ कॉल करो या साडी ईमेल ID ते अपनी प्रोफाइल शेयर करो। असीं तुहानूं फ्री दे विच असैसमेंट करके दस्सांगे कि तुसीं इस प्रोग्राम के लिए एलिजिबल हो या फिर तुहानूं की रोड बेबी स्टैप्स लैने पैने ने इस प्रोग्राम के लिए एलिजिबल होंगे। सो वो असीं इन्फॉर्मेशन सारी तुहाडे नाल, जे तुसीं इंडिविजुअल तौर पे इस प्रोग्राम बारे पूछना चाहते हो तो तुसीं कॉल कर सकते हो सर। ठीक है जी। सो ये इस प्रोग्राम दी हाईलाइट सीगियां। जे किसी नूं क्वेरी है, हाँ जी। सो ये गोपी शाह जी पूछ रहे हैं कि डिफरेंस की है ऑनलाइन फाइल तो पेपर फाइल का। सो देखो गोपी शाह जी, ये जोड़ा तुसी जे CIC की वैबसाइट पर जाओगे तो जी इस प्रोग्राम दीयां फाइल्स ने वो ऑनलाइन नहीं असैप्ट होंदियां, वो सिर्फ पेपर बेस्ड फाइल ही असैप्ट होंदियां ने। वो किसी टाइम तक होंदियां सीगियां, जिहड़ा कि लास्ट ईयर जून तक जिहड़े प्रोग्राम चलते सीगे उन्हां दे विच वो फाइल्स असैप्ट होंदियां सी। बट हुण पेपर बेस्ड फाइल ऑफिस CPC ऑफिस एडमंटन सिर्फ उत्थे ही पेपर बेस्ड फाइल सबमिट होंदी है, ਇਹਦੇ ਵਿੱਚ कोई ऑनलाइन एप्लीकेशन नहीं लगती। ठीक है जी। सो ये थोड़े सवाल का जवाब सीगा। ਇਹਦੇ ਵਿੱਚ सिर्फ तुसी जे CIC का मैं लिंक भी शेयर कर दांगा, ठीक है, थोड़े नाल स्पैशली जिथे लिखा होया वा कि जिहड़ी इस प्रोग्राम दे विच एप्लीकेशनस लगणियां ने वो सिर्फ पेपर बेस्ड एप्लीकेशन लगणगियां एंड तुसी वो वीज़ा ऑफिस एडमिंटन ही सेंड करनियां ने, बिकॉज वही एक वीज़ा ऑफिस है जिहड़ा ये प्रोग्राम्स दियां एप्लीकेशनस नूं प्रोसैस करदा, होर कोई वीज़ा ऑफिस इस नूं प्रोसैस नहीं करदा। ठीक है जी। ECA इज़ रिक्वायर्ड फॉर स्पाउस। देखो जी, ये जिहड़ा प्रोग्राम है ये ECA सिर्फ मेन एप्लीकेंट की आपां नूं चाहीदी है। ठीक है। तो स्पाउस की नहीं चाहिए। ठीक है जी। क्योंकि ECA मेन एप्लीकेंट तुसीं हो, उन्होंने तो ओपन वर्क परमिट मिल ही गया, तो जिहड़ी PR होनी है वो थोड़े बेसिस ते ही हो जानी है। उन्होंने अपने कोई भी IELTS का एग्जाम या ECA शो करने की रिक्वायरमेंट नहीं हैगी। ठीक है जी। एंड प्रोसैसिंग टाइम देखो, जिहड़ी ओपन वर्क परमिट एप्लीकेशन आ उन्होंने 90 वर्किंग डेज़ कहा जाता वा CIC की वैबसाइट के अकॉर्डिंगली मैं दस रहा वा। तो 90 वर्किंग डेज़ के जिहड़ा तुहानूं ओपन वर्क परमिट है वो इशू हो जाता वा। तो जिहड़ी PR एप्लीकेशन आ वो थोड़ी मैं तुहानूं कहा कि पैरलली प्रोसैसिंग दे विच चलदी रहेगी। तो जदों तुहाडा 24 मंथ्स का कैनेडियन वर्क एक्सपीरियंस हो जाएगा तो फिर तुहाडे जिहड़े वो डॉक्यूमेंट्स ने वो सबमिट होणगे, तो उस तो बाद तुहानूं PR मिल जाएगी। कोई होर क्वेरी होवे तो प्लीज़ उन्होंने अपने कमेंट बॉक्स तुसीं दस सकते हो।
ਇੱਕ ਮੈਂ ਤੁਹਾਡੇ ਨਾਲ ਹੋਰ ਇੱਕ ਇੰਪੋਰਟੈਂਟ ਪੁਆਇੰਟ ਸ਼ੇਅਰ ਕਰ ਦਿੰਦਾ, ਜਿਹੜੀ ECA ਏਜੰਸੀ ਹੈ WES, ਸੋ ਉਹਦੇ ਵਿੱਚ ਅਸੀਂ ਦੇਖਿਆ ਕੁਝ ਕਲਾਇੰਟਸ ਨੂੰ ਪ੍ਰੋਬਲਮ ਆਈ ਹੈ, ਜਿਵੇਂ ਕਿ ਉਹਨਾਂ ਨੇ GNM ਕੀਤੀ ਹੁੰਦੀ ਹੈ, ਠੀਕ ਹੈ ਜੀ। ਤੇ GNM ਜਿਹੜੀ ਹੈ ਉਹਨੂੰ WES ਜਿਹੜੀ ਕਿ ਅਸੈਸਮੈਂਟ ਏਜੰਸੀ ਹੈ ਉਹਨੂੰ ਰਿਕੋਗਨਾਈਜ਼ ਨਹੀਂ ਕਰ ਰਹੀ, ਤੇ ਕੁਝ ਸਾਡੇ ਕਲਾਇੰਟਸ ਨੇ ਇਸ ਚੀਜ਼ ਦੀ ਪ੍ਰੋਬਲਮ ਫੇਸ ਕੀਤੀ ਹੈ। ਤੇ ਉਹਨਾਂ ਨੂੰ ਮੈਂ ਕਹੂੰਗਾ ਕੈਂਡੀਡੇਟਸ ਨੂੰ ਜਿਨ੍ਹਾਂ ਨੇ GNM ਕੀਤਾ ਹੋਇਆ ਵਾ, ਤੇ ਉਹ ਬੈਟਰ ਹੈ ਆਪਣੀ ਜਿਹੜੀ ਅਸੈਸਮੈਂਟ ਆ ICAS ਜਾਂ ICES ਤੋਂ ਕਰਵਾਉਣ, ਕਿਉਂਕਿ ਉਹ ਤੁਹਾਨੂੰ ਇਕੁਇਲੈਂਸੀ ਦੇ ਦਿੰਦੇ ਆ ਪੋਸਟ ਸੈਕੰਡਰੀ ਐਜੂਕੇਸ਼ਨ ਦੀ। ਬਟ ਜਿਹੜੀ WES ਹੈ ਉਹ ਤੁਹਾਨੂੰ ਇਕੁਇਲੈਂਸੀ ਨਹੀਂ ਦੇ ਰਹੇ ਫॉर द ਟਾਈਮ ਬਿੰਗ। ਉਹ ਉਹਨਾਂ ਦੇ ਕੋਈ ਇੰਟਰਨਲ ਰੂਲਸ ਅਪਡੇਸ਼ਨਸ ਹੋਣਗੀਆਂ ਤਾਂ ਕਿ ਉਹ ਪ੍ਰੋਵਾਈਡ ਨਹੀਂ ਕਰ ਰਹੇ ਹੈਗੇ, ਤੇ ਕੁਝ ਸਾਡੇ ਜਿਹੜੇ ਕਲਾਇੰਟ ਸੀਗੇ ਉਹਨਾਂ ਨੇ ਇਹ ਪ੍ਰੋਬਲਮ ਫੇਸ ਕੀਤੀ ਹੈ। ਸੋ ਇਸ ਲਈ ਇਫ ਯੂ ਹੈਵ ਡਨ GNM +2 ਤੋਂ ਬਾਅਦ ਤਾਂ ਉਹਦੀ ਅਸੈਸਮੈਂਟ ਕਾਈਂਡਲੀ ICAS ਜਾਂ ICES ਤੋਂ ਕਰਵਾਓ, WES ਤੋਂ ਨਾ ਕਰਵਾਓ। ਗੋਪੀ ਸ਼ਾਹ ਜੀ ਪੁੱਛ ਰਹੇ ਨੇ ਬਾਇਓਮੈਟ੍ਰਿਕਸ ਸਰ ਦੇਖੋ, ਬਾਇਓਮੈਟ੍ਰਿਕਸ ਤਾਂ ਤੁਹਾਡੇ ਹੋਣੇ ਨੇ ਜਿਹੜੀ ਤੁਹਾਡੀ ਹੋਮ ਕੰਟਰੀ ਹੈ ਉਹਦੇ ਵਿੱਚ ਹੀ, ਤੇ ਵੀ ਆਰ ਸਟਿਲ ਵੇਟਿੰਗ ਐਂਡ ਵੀ ਆਰ ਹੋਪਫੁਲ ਕਿ ਅਗਸਤ ਐਂਡ ਤੱਕ ਜਿਹੜੇ ਕਿ ਆਪਣੇ ਸੈਂਟਰਸ ਹੈਗੇ ਨੇ ਉਹ ਓਪਨ ਅਪ ਹੋ ਜਾਣ, ਠੀਕ ਹੈ। ਬਟ ਉਹ ਹਜੇ ਓਪਨ ਨਹੀਂ ਹੋਏ ਹੈਗੇ। ਵੀਜ਼ਾ ਐਪਲੀਕੇਸ਼ਨ ਸੈਂਟਰਸ ਉੱਥੇ ਹੀ ਤੁਹਾਡੇ ਬਾਇਓਮੈਟ੍ਰਿਕਸ ਹੋਣੇ ਆ, ਤੇ ਬਟ ਇਹ ਆਲਰੇਡੀ ਗਿਵਨ ਹੈ CIC ਦੀ ਵੈਬਸਾਈਟ ਤੇ। ਜਸਟ ਬਿਕੋਜ਼ ਤੁਹਾਡੇ ਹੋਮ ਕੰਟਰੀ ਦੇ ਵਿੱਚ ਡਿਊ ਟੂ ਦਿਸ COVID-19 ਜੇ ਤੁਹਾਡੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਓਪਨ ਨਹੀਂ ਹੋ ਰਹੇ ਤਾਂ ਇਸ ਬੇਸਿਸ ਤੇ ਤੁਹਾਡੀ ਐਪਲੀਕੇਸ਼ਨ ਤੇ ਕੋਈ ਇਫੈਕਟ ਨਹੀਂ ਪਏਗਾ। ਉਹ ਤੁਹਾਨੂੰ ਹੋਰ ਤੇ ਹੋਰ ਟਾਈਮ ਦੇ ਹੀ ਜਾਣਗੇ, ਬਿਕੋਜ਼ ਦੇ ਆਲਸੋ ਨੋ ਕਿ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ COVID-19 ਕਰਕੇ ਕਲੋਜ਼ਡ ਨੇ ਤੇ ਹਜੇ ਉਹ ਆਪਰੇਸ਼ਨਲ ਨਹੀਂ ਹੈਗੇ। ਸੋ ਬਾਇਓਮੈਟ੍ਰਿਕਸ ਤੁਹਾਨੂੰ ਐਜ਼ ਸੂਨ ਐਜ਼ ਜਦੋਂ ਵੀ ਵੀਜ਼ਾ ਐਪਲੀਕੇਸ਼ਨ ਸੈਂਟਰਸ ਓਪਨ ਹੋ ਜਾਣੇ ਨੇ ਤਾਂ ਤੁਸੀਂ ਜਾ ਕੇ ਆਪਣੇ ਬਾਇਓਮੈਟ੍ਰਿਕਸ ਉੱਥੇ ਕਰਵਾ ਸਕਦੇ ਹੋ, ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਪ੍ਰੋਸੈਸ ਦੇ ਵਿੱਚ ਸਟਾਰਟ ਹੋ ਜਾਏਗੀ ਫਿਰ ਤਾਂ। ਨੈਕਸਟ ਕੁਐਸਚਨ ਹੈ ਜੀ, ਸਰ ਵਿਚ ਕਾਈਂਡ ਆਫ ਐਕਸਪੀਰੀਅੰਸ ਇਜ਼ ਰਿਕੁਆਇਰਡ, ਆਈ ਮੀਨ ਚਾਈਲਡ ਕੇਅਰ ਵਿਚ ਕਾਈਂਡ ਇਜ਼ ਰਿਕੁਆਇਰਡ। ਦੇਖੋ ਪ੍ਰੀਤ IM ਜੀ, ਇਹਦੇ ਵਿੱਚ ਇਹ ਹੈ ਕਿ ਐਕਸਪੀਰੀਅੰਸ ਹੁਣ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦਾ ਦੱਸਿਆ ਸੀਗਾ ਕਿ ਜੇ ਤਾਂ ਤੁਸੀਂ ਇੱਕ ਨੌਨ ਨਰਸਿੰਗ ਬੈਕਗਰਾਊਂਡ ਤੋਂ ਤੇ ਸਿੰਪਲ ਕੋਈ ਬੈਚਲਰਸ ਡਿਗਰੀ ਕੀਤੀ ਹੋਈ ਹੈ BCom BA ਔਰ ਵਾਟਸੋਐਵਰ, ਫਿਰ ਤਾਂ ਤੁਹਾਨੂੰ ਆਫ ਕੋਰਸ ਇੱਕ ਨੈਨੀ ਕੇਅਰ ਗਿਵਰ ਦਾ ਸਰਟੀਫਿਕੇਟ ਜਿਹੜਾ ਕਿ ਕੋਰਸ ਆ ਤੁਹਾਨੂੰ ਕਰਨਾ ਹੀ ਪੈਣਾ, ਤੇ ਉਸ ਤੋਂ ਬਾਅਦ ਤੁਹਾਨੂੰ ਉਹ ਸਰਟੀਫਿਕੇਟ ਪ੍ਰੋਵਾਈਡ ਹੋਊਗਾ। ਹੁਣ ਉਹਦੇ ਵਿੱਚ ਕੁਝ ਜਿਹੜੇ ਸੈਂਟਰਸ ਨੇ ਉਹ ਸਪੈਸ਼ਲਾਈਜੇਸ਼ਨ ਕਰਵਾ ਦਿੰਦੇ ਆ, ਚਾਹੇ ਚਾਈਲਡ ਕੇਅਰ ਦੀ ਹੋਵੇ ਤੇ ਚਾਹੇ ਕਿਸੇ ਐਲਡਰਲੀ ਦੀ, ਠੀਕ ਹੈ। ਤੇ ਉਹਦੇ ਵਿੱਚ ਕੀ ਫਰਕ ਪੈਂਦਾ ਵਾ ਕਿ ਜੇ ਤੁਸੀਂ ਸਪੈਸ਼ਲਾਈਜੇਸ਼ਨ ਚਾਈਲਡ ਕੇਅਰ 'ਚ ਕੀਤੀ ਹੈ ਤਾਂ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਕਿਸੇ ਨਰਸਿੰਗ ਸਕੂਲ ਦਾ ਵੀ ਹੋ ਸਕਦਾ ਵਾ, ਠੀਕ ਹੈ, ਜਾਂ ਤੁਸੀਂ ਪ੍ਰਾਇਮਰੀ ਸਕੂਲ ਟੀਚਰ ਦਾ, ਜਿੱਥੇ ਕਿ ਇੱਦਾਂ ਦੀਆਂ ਐਕਟੀਵਿਟੀਜ਼ ਨੇ ਜਿਹਦੇ 'ਚ ਛੋਟੇ ਬੱਚਿਆਂ ਨੂੰ ਤੁਸੀਂ ਟੇਕ ਕੇਅਰ ਕਰ ਰਹੇ ਹੋ ਉਹਨਾਂ ਦੀਆਂ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ, ਸੋ ਉਵੇਂ ਦਾ ਐਕਸਪੀਰੀਅੰਸ ਤੁਸੀਂ ਸ਼ੇਅਰ ਕਰ ਸਕਦੇ ਹੋ। ਜੇ ਤੁਸੀਂ ਐਲਡਰਲੀ ਦਾ ਲਿਆ ਵਾ ਤਾਂ ਆਫ ਕੋਰਸ ਫਿਰ ਤੁਸੀਂ ਕਿਸੇ NGO ਤੋਂ ਐਕਸਪੀਰੀਅੰਸ ਜਾ ਕੇ ਆਪਣਾ ਡੈਮੋਨਸਟ੍ਰੇਟ ਕਰਵਾਓ, ਉਸ NGO ਦੇ ਨਾਲ ਵਰਕ ਕਰੋ ਜਿੱਥੇ ਕਿ ਉਹ ਐਲਡਰਲੀ ਦੇ ਕਿਸੇ ਓਲਡ ਏਜ ਹੋਮ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਐਕਸਪੀਰੀਅੰਸ ਆ ਬਣਾਓ ਕਿ ਹਾਂਜੀ ਮੈਂ ਐਲਡਰਲੀ ਦੀ ਇੱਥੇ ਟੇਕ ਕੇਅਰ ਕਰਦੀ ਰਹੀ ਹਾਂ ਤੇ ਮੇਰੇ ਕੋਲ ਇਹ ਵਾਲਾ ਰੈਲੇਵੈਂਟ ਐਕਸਪੀਰੀਅੰਸ ਹੈਗਾ ਵਾ। ਸੋ ਦੈਟ ਡਿਪੈਂਡਸ ਤੁਸੀਂ ਕਿੱਧਰਲੇ ਪਾਸੇ ਜਾਣਾ ਚਾਹੁੰਦੇ ਹੋ, ਬਿਕੋਜ਼ ਇਹ ਦੋਨੋਂ ਡਿਫਰੈਂਟ NOC ਕੋਡਸ ਨੇ ਤਾਂ ਤੁਹਾਨੂੰ ਇੱਕ ਸਿਲੈਕਟ ਕਰਨਾ ਹੀ ਪੈਣਾ। ਸੋ ਉਵੇਂ ਦਾ ਜੇ ਰੈਲੇਵੈਂਟ ਐਕਸਪੀਰੀਅੰਸ ਤੁਸੀਂ ਸ਼ੋਅ ਕਰੋਗੇ ਫਿਰ ਤੁਹਾਨੂੰ ਕੈਨੇਡਾ ਦੇ ਵਿੱਚ ਵੀ ਉਵੇਂ ਦੀ ਜੌਬ ਆਫਰ ਪ੍ਰੋਵਾਈਡ ਹੋਊਗੀ, ਠੀਕ ਹੈ, ਫਿਰ ਉਸ ਬੇਸਿਸ ਤੇ ਹੀ ਤੁਹਾਨੂੰ PR ਮਿਲੇਗੀ, ਠੀਕ ਹੈ ਜੀ। ਵੀਜ਼ਾ ਮਿਲ ਸਕਦਾ ਪਹਿਲਾਂ ਬਾਇਓਮੈਟ੍ਰਿਕ ਤੋਂ? ਗੋਪੀ ਸ਼ਾਹ ਜੀ ਨਹੀਂ, ਵੀਜ਼ਾ ਬਾਇਓਮੈਟ੍ਰਿਕਸ ਦੇਖੋ ਇੱਕ ਬਹੁਤ ਹੀ ਇੰਪੋਰਟੈਂਟ ਰਿਕੁਆਇਰਮੈਂਟ ਹੈ ਹੁਣ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ, ਤੇ ਬਾਇਓਮੈਟ੍ਰਿਕ ਲਈ ਵੇਟ ਹਮੇਸ਼ਾ ਕਰਨੀ ਹੀ ਪੈਣੀ ਹੈ, ਬਿਕੋਜ਼ ਟੋਟਲ ਜਿਹੜੀ ਪ੍ਰੋਸੈਸਿੰਗ ਆਫ ਐਪਲੀਕੇਸ਼ਨ ਆ ਚਾਹੇ ਪਿੱਛੋਂ ਬੈਕ ਐਂਡ ਤੋਂ ਹੋ ਚੁੱਕੀ ਹੋਵੇ, ਬਟ ਜਿੰਨੀ ਦੇਰ ਬਾਇਓਮੈਟ੍ਰਿਕਸ ਸਬਮਿਟ ਨਹੀਂ ਹੁੰਦੇ ਉਨੀ ਦੇਰ ਉਹ ਫਾਈਨਲ ਕੋਈ ਡਿਸੀਜਨ ਨਹੀਂ ਦਿੰਦੇ ਹੈਗੇ CIC ਵਾਲੇ। ਆਫ ਕੋਰਸ ਜੇ ਪ੍ਰੀਵੀਅਸ ਬਾਇਓਮੈਟ੍ਰਿਕਸ ਦੇਖੋ ਜੀ, ਇਹ 2000 ਆਪਣੇ 19 ਦੇ ਵਿੱਚ ਹੀ ਸਟਾਰਟ ਹੋਏ ਸੀਗੇ ਬਾਇਓਮੈਟ੍ਰਿਕਸ ਹੋਣੇ, ਠੀਕ ਹੈ, ਤੇ ਬਾਇਓਮੈਟ੍ਰਿਕਸ 10 ਸਾਲ ਦੇ ਲਈ ਵੈਲਿਡ ਨੇ, ਬਿਕੋਜ਼ ਜੇ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਵੀਜ਼ਾ ਅਪਲਾਈ ਕੀਤਾ ਤਾਂ ਤੁਹਾਨੂੰ ਲੈਟਰ ਵੀ ਇਸ਼ੂ ਹੁੰਦੀ ਹੈ CIC ਵੱਲੋਂ ਕਿ ਜਿਹੜੇ ਤੁਹਾਡੇ ਬਾਇਓਮੈਟ੍ਰਿਕਸ ਨੇ 10 ਸਾਲ ਲਈ ਵੈਲਿਡ ਨੇ। ਸੋ ਜੇ ਤੁਸੀਂ ਕੋਈ ਵੀ ਐਪਲੀਕੇਸ਼ਨ ਪਹਿਲੇ ਲਗਾ ਚੁੱਕੇ ਹੋ ਕੈਨੇਡੀਅਨ ਐਮਬੈਸੀ ਕੋਲੇ, ਚਾਹੇ ਉਹ ਟੂਰਿਸਟ ਵੀਜ਼ਾ ਦੀ ਹੈ, ਚਾਹੇ ਸਟੱਡੀ ਪਰਮਿਟ ਹੈ, ਚਾਹੇ ਵਾਟਸੋਐਵਰ ਅਨਦਰ ਇਮੀਗ੍ਰੇਸ਼ਨ ਪ੍ਰੋਗਰਾਮਸ, ਤਾਂ ਫਿਰ ਤੁਹਾਨੂੰ ਬਾਇਓਮੈਟ੍ਰਿਕਸ ਨਵੇਂ ਸਿਰਿਓਂ ਦੇਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ ਜੀ।
ਇਹਨਾਂ ਦੀਆਂ ਮੈਂ NOCs ਵੀ ਤੁਹਾਨੂੰ ਦੱਸ ਦਿੰਦਾ ਵਾਂ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦੀ ਜਿਹੜੀ NOC ਹੈ ਉਹ ਹੈ 4411, ਠੀਕ ਹੈ ਜੀ। ਤੇ ਹੋਮ ਸਪੋਰਟ ਵਰਕਰ ਦੀ NOC ਹੈ 4412। ਸੋ ਤੁਸੀਂ ਗੂਗਲ ਤੇ ਜਾ ਕੇ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਕਿਵੇਂ ਦੀਆਂ ਜੌਬ ਰੋਲਸ ਤੇ ਡਿਊਟੀਆਂ ਨੇ। ਤੇ ਇੱਥੋਂ ਜਿਹਨੇ ਵੀ ਜਾਣਾ ਵਾ ਤੇ ਉਹਨੂੰ ਇੱਕ ਚੀਜ਼ ਦੇ ਵਿੱਚ ਆਪਣਾ ਮਨ ਬਣਾਉਣਾ ਹੀ ਪੈਣਾ, ਈਦਰ ਦੇ ਵਾਂਟ ਟੂ ਗੋ ਐਜ਼ ਅ ਚਾਈਲਡ ਕੇਅਰ ਪ੍ਰੋਵਾਈਡਰ ਔਰ ਐਜ਼ ਅ ਹੋਮ ਸਪੋਰਟ ਵਰਕਰ, ਬਿਕੋਜ਼ ਦੋਨੋਂ NOCs ਡਿਫਰੈਂਟ ਨੇ। ਤੇ ਜਿਹੜੀ PR ਐਪਲੀਕੇਸ਼ਨ ਹੈ ਉਹਦੇ ਲਈ ਆਪਾਂ ਨੂੰ ਇੱਕ NOC ਦੇ ਵਿੱਚ ਹੀ ਐਪਲੀਕੇਸ਼ਨ ਲੌਂਚ ਕਰਨੀ ਪੈਂਦੀ ਹੈ ਤੇ ਆਪਾਂ ਨੂੰ ਉਹਦੇ ਵਿੱਚ ਹੀ ਆਪਣਾ ਐਕਸਪੀਰੀਅੰਸ ਸ਼ੋ ਕਰਨਾ ਪੈਂਦਾ ਹੈ, ਠੀਕ ਹੈ ਜੀ। ਵਰਕ ਐਕਸਪੀਰੀਅੰਸ ਹੈ ਉਹ ਮੈਂ ਤੁਹਾਨੂੰ ਆਲਰੇਡੀ ਸ਼ੇਅਰ ਕਰਤਾ ਸੀਗਾ। ਹੁਣ ਤਾਂ IELTS ਦੇ ਜਿਹੜੇ ਟੈਸਟਸ ਨੇ ਉਹ ਵੀ ਸਟਾਰਟ ਹੋ ਗਏ ਨੇ ਆਪਣੇ ਪੰਜਾਬ ਦੇ ਵਿੱਚ। ਸੋ ਜੇ ਕੋਈ ਕੈਂਡੀਡੇਟਸ ਚਾਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਸੀਡ ਕਰਨਾ ਤੇ ਉਹ ਆਪਣੀ IELTS ਦੀ ਪ੍ਰਿਪਰੇਸ਼ਨ ਸ਼ੁਰੂ ਕਰਨ ਤੇ ਜਲਦੀ ਤੋਂ ਜਲਦੀ IELTS ਦੇਣ। ਮੀਨਵਾਈਲ ਉਹ ਆਪਣੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਉਹਦੀ ਅਸੈਸਮੈਂਟ ਸਟਾਰਟ ਕਰਨ। ਤੇ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਜਿੰਨੀ ਦੇਰ ਤੱਕ ਤੁਹਾਡੀ IELTS ਤੇ ਅਸੈਸਮੈਂਟ ਹੋਏਗਾ ਤੁਹਾਡੇ ਕੋਲ ਸਭ ਕੁਝ ਰੈਡੀ ਹੋਏਗਾ ਤੇ ਵਿਦਿਨ 2 to 3 ਮੰਥਸ ਤੁਸੀਂ ਆਪਣਾ ਜਿਹੜੀ ਐਪਲੀਕੇਸ਼ਨ ਉਹ ਲੌਂਚ ਕਰ ਸਕਦੇ ਹੋ, ਠੀਕ ਹੈ ਜੀ। ਕਿਸੇ ਨੂੰ ਕੋਈ ਹੋਰ ਕੁਐਰੀ ਹੋਵੇ ਤਾਂ ਪਲੀਜ਼ ਸ਼ੇਅਰ ਕਰ ਸਕਦੇ ਨੇ ਕਮੈਂਟ ਬਾਕਸ ਦੇ ਵਿੱਚ। ਅਦਰਵਾਈਜ਼ ਤੁਸੀਂ ਸੈਪਰੇਟਲੀ ਆਪਣਾ ਕੋਈ ਵੀ ਕੁਐਰੀ ਹੈ ਮੈਨੂੰ ਡਾਇਰੈਕਟ ਮੈਸੇਜ ਤੇ ਸੈਂਡ ਕਰ ਦਿਓ ਜਾਂ ਫਿਰ ਤੁਸੀਂ ਆਪਣਾ ਜਿਹੜਾ ਸਾਡੇ ਬਾਇਓ ਦੇ ਵਿੱਚ ਗਿਵਨ ਨੰਬਰਸ ਨੇ ਉਹਨਾਂ ਤੇ ਸਾਨੂੰ ਕੰਟੈਕਟ ਕਰੋ, ਠੀਕ ਹੈ ਜੀ। ਤੇ ਅਸੀਂ ਤੁਹਾਡੀ ਕੁਐਰੀਜ਼ ਨੂੰ ਰਾਈਟ ਅਵੇ ਆਨਸਰ ਕਰਾਂਗੇ, ਠੀਕ ਹੈ ਜੀ। ਸੋ ਅੱਜ ਲਈ ਆਈ ਐਮ ਵਾਈਂਡਿੰਗ ਅਪ ਦ ਸੈਸ਼ਨ। ਆਈ ਹੋਪ ਤੁਹਾਨੂੰ ਜਿਹੜੀਆਂ ਕਿ ਇਸ ਪ੍ਰੋਗਰਾਮ ਦੇ ਬਾਰੇ ਡਾਊਟ ਸੀਗੇ ਉਹ ਸਾਰੇ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਆਈ ਹੋਪ ਉਹ ਕਲੀਅਰ ਹੋ ਵੀ ਗਏ ਹੋਣਗੇ। ਤੇ ਜਿਹੜੇ ਵੀ ਕੋਈ ਕੈਂਡੀਡੇਟਸ ਨੇ ਉਹ ਚਾਹੁੰਦੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਾਹਵਾਨ ਆ ਅੱਗੇ ਜਾਣ ਦੇ ਤਾਂ ਉਹ ਪਰਸਨਲੀ ਮੈਨੂੰ ਕਾਲ ਕਰਕੇ ਮੇਰੇ ਤੋਂ ਆਪਣੇ ਡਾਊਟਸ ਕਲੀਅਰ ਕਰ ਸਕਦੇ ਨੇ। ਤੇ ਜੇ ਉਹਨਾਂ ਨੂੰ ਰੋਡ ਮੈਪ ਚਾਹੀਦਾ ਵਾ ਅਸੀਂ ਉਹ ਵੀ ਪ੍ਰੋਵਾਈਡ ਕਰਾਂਗੇ ਕਿ ਕਿਵੇਂ ਉਹ ਆਪਣਾ ਪ੍ਰੋਸੈਸ ਸਟਾਰਟ ਕਰਨ। ਸੋ ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ ਹੈ ਤਾਂ ਤੁਸੀਂ ਪਲੀਜ਼ ਸਾਨੂੰ ਕਾਲ ਕਰਕੇ ਜ਼ਰੂਰ ਦੱਸੋ ਤੇ ਅਸੀਂ ਤੇ ਸਾਡੀ ਟੀਮ ਵੀ ਆਰ ਆਲਵੇਜ਼ ਰੈਡੀ ਟੂ ਹੈਲਪ ਆਰ ਕਲਾਇੰਟਸ ਵਿਦ ਦ ਆਥੈਂਟਿਕ ਐਂਡ ਦ ਰੈਲੇਵੈਂਟ ਇਨਫੋਰਮੇਸ਼ਨ, ਠੀਕ ਹੈ ਜੀ। ਸੋ ਅੱਜ ਲਈ ਸਤਿ ਸ਼੍ਰੀ ਅਕਾਲ ਤੇ ਮਿਲਦੇ ਹਾਂ ਨੈਕਸਟ ਵੀਕ ਇੱਕ ਨਵੇਂ ਟੌਪਿਕ ਦੇ ਨਾਲ। ਉਹਦੇ ਵਿੱਚ ਅਸੀਂ ਫਿਰ ਕੋਸ਼ਿਸ਼ ਕਰਾਂਗੇ ਨਵੀਆਂ ਅਪਡੇਟਸ ਕਿ ਕੀ ਰੂਲਸ ਚੇਂਜ ਨੇ ਤੇ ਜਿਹੜੇ ਚਾਹਵਾਨ ਨੇ ਉਸ ਪ੍ਰੋਗਰਾਮ ਦੇ ਵਿੱਚ ਜਾਣ ਦੇ ਤੇ ਉਹ ਕਿਵੇਂ ਜਾ ਸਕਦੇ ਨੇ। ਸੋ ਉਨੀ ਦੇਰ ਲਈ ਆਪਣਾ ਖਿਆਲ ਰੱਖੋ। Stay happy, stay safe. Thank you so much. ਸਤਿ ਸ਼੍ਰੀ ਅਕਾਲ ਜੀ।